ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ। ਗਰਗ ਸਾਹਿਬ ਵੈਲਕਮ। ਸ਼ੁਕਰੀਆ ਜੀ, ਬਹੁਤ ਬਹੁਤ ਭੰਗੂ ਸਾਹਿਬ। ਗਰਗ ਸਾਹਿਬ, ਜਦੋਂ ਲੋਕ ਨਿਮਾਣੇ ਜੇ ਬਣ ਜਾਣ ਤੇ ਆਪਣੇ ਆਪ ਨੂੰ ਨਿਮਾਣੇ ਜੇ ਮਹਿਸੂਸ ਕਰਨ, ਉਦੋਂ ਲੋਕ ਵੀ ਇਹ ਗੱਲ ਸਮਝਦੇ ਆ ਕਿ ਸਾਡੇ ਕੋਲ ਦੋ ਚੀਜ਼ਾਂ ਬਚਦੀਆਂ ਨੇ। ਇੱਕ ਤਾਂ ਬਚਦੀ ਹੈ ਉਹਨਾਂ ਦੀ ਤਾਕਤ, ਜਿਹੜੀ ਉਹ ਵੋਟ ਦੇ ਰੂਪ ਦੇ ਵਿੱਚ ਇਸਤੇਮਾਲ ਕਰਦੇ ਨੇ। ਪਰ ਇਸਤੇਮਾਲ ਕਰਨ ਤੋਂ ਬਾਅਦ ਦੂਜੀ ਚੀਜ਼ ਉਹਨਾਂ ਕੋਲ ਹੁੰਦੀ ਹੈ ਉਮੀਦ, ਕਿ ਸਾਡੀਆਂ ਉਮੀਦਾਂ ਤੇ ਹੁਣ ਖਰਾ ਕੌਣ ਉਤਰੂਗਾ। ਜਦੋਂ ਖਾਸ ਕਰਕੇ ਬਜਟ ਆਉਂਦੇ ਨੇ ਸਰਕਾਰਾਂ ਦੇ, ਉਦੋਂ ਲੋਕ ਬੜੀ ਨੀਝ ਲਾ ਕੇ ਤੱਕਦੇ ਨੇ ਕਿ ਇਸ ਵਾਰ ਹੋ ਸਕਦਾ ਯਾਰ ਸਾਡੇ ਲਈ ਕੁਛ ਐਸਾ ਆ ਜੇ ਕਿ ਸਾਡੀ ਗੁਰਬਤ ਕੱਟੀ ਜਾਵੇ। ਪੰਜਾਬ ਸਰਕਾਰ ਦਾ ਬਜਟ ਸੈਸ਼ਨ ਚੱਲਦਾ, ਬਜਟ ਪੇਸ਼ ਹੋ ਗਿਆ। ਬਜਟ ਤੇ ਵੀ ਤੁਹਾਡੇ ਅਸੀਂ ਵਿਚਾਰ ਲਵਾਂਗੇ। ਦੂਜਾ, ਖਾਸ ਕਰਕੇ ਲਗਾਤਾਰ ਅਸੀਂ ਗੱਲ ਕਰਦੇ ਹਾਂ ਜੋ ਸਾਡੀ ਕਿਸਾਨੀ ਹੈ, ਖਤਮ ਹੁੰਦੀ ਕਿਸਾਨੀ ਹੈ। ਨਰੇਗਾ ਬਾਰੇ ਅਸੀਂ ਤੁਹਾਨੂੰ ਸੁਣਦੇ ਹਾਂ YouTube ਦੇ ਉੱਤੇ, ਤੁਹਾਡੇ ਅਸੀਂ ਆਰਟੀਕਲ ਪੜ੍ਹਦੇ ਹਾਂ ਮਨਰੇਗਾ ਦੀ ਸਕੀਮਾਂ ਬਾਰੇ। ਹੁਣ ਪੰਜਾਬ ਸਰਕਾਰ ਨੇ, ਮੈਨੂੰ ਲੱਗਦਾ ਕਿ ਸ਼ਾਇਦ ਕੋਈ ਪਹਿਲੀ ਸਰਕਾਰ ਹੈ ਜਿਹਨੇ ਆਹ ਜ਼ਿਕਰ ਕੀਤਾ ਹੋਵੇ, ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਜੋ 5 ਏਕੜ ਤੱਕ ਦੇ ਕਿਸਾਨ ਨੇ ਉਹ ਵੀ ਇਸ ਦਾ ਲਾਹਾ ਲੈ ਸਕਦੇ ਨੇ। ਹਾਲਾਂਕਿ ਗੱਲਾਂ ਸਹੀ ਕਿੰਨੀ ਕੁ ਇਹ ਸਾਬਤ ਹੋਣਗੀਆਂ, ਧਰਤੀ ਦੇ ਗਰਾਊਂਡ ਦੇ ਉੱਤੇ ਲੋਕਾਂ ਨੂੰ ਕਿੰਨਾ ਕੁ ਲਾਭ ਮਿਲੂਗਾ, ਉਹ ਤਾਂ ਖੈਰ ਜਦੋਂ ਮਿਲੂਗਾ ਉਦੋਂ ਦੇਖੀ ਜਾਊਗੀ। ਉਹਦੇ ਬਾਰੇ ਵੀ ਥੋੜ੍ਹੇ ਜਿਹੇ ਤੁਸੀਂ ਦੱਸਿਓ ਕਿ ਸੁਹਿਰਦਤਾ ਦੇ ਨਾਲ ਜੇਕਰ ਚੱਲਿਆ ਜਾਵੇ ਉਹ ਲਾਭਦਾਇਕ ਸਾਬਤ ਹੋ ਸਕਦਾ। ਸਰਕਾਰਾਂ ਕਿਵੇਂ ਇਸ ਨੂੰ ਕਰਨਾ ਚਾਹੁੰਦੀਆਂ ਨੇ, ਜਿਵੇਂ ਸਰਕਾਰਾਂ ਕਰਨਾ ਚਾਹੁੰਦੀਆਂ ਨੇ ਕਿ ਉੱਦਾਂ ਵੀ ਲਾਭ ਮਿਲ ਸਕਦਾ ਛੋਟੇ ਕਿਸਾਨਾਂ ਨੂੰ। ਪਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਬਜਟ ਬਾਰੇ ਤੁਹਾਡੇ ਕੀ ਵਿਚਾਰ? ਦੇਖੋ ਭੰਗੂ ਸਾਹਿਬ, ਜਿਹੜਾ ਪੰਜਾਬ ਦਾ ਬਜਟ ਹੈ, ਇਹ ਇੱਕ ਤਾਂ ਹੈ ਕਿ ਇਹਦੇ ਵਿੱਚ ਕੁਝ ਨਵੇਂ ਵਿਚਾਰ ਉਹਨਾਂ ਨੇ ਆਪਦੇ ਵੱਲੋਂ ਪਾਉਣ ਦੀ ਕੋਸ਼ਿਸ਼ ਕਰੀ ਹੈ। ਉਹਨਾਂ ਨਾਲ ਕਿੰਨਾ ਕੋਈ ਸਹਿਮਤ ਹੈ, ਕਿੰਨਾ ਕੁ ਨਹੀਂ ਸਹਿਮਤ, ਉਹ ਵੱਖਰੀ ਗੱਲ ਹੈ। ਪਹਿਲੀ ਗੱਲ, ਇੱਕ ਲੀਹਾ ਤੋੜਿਆ ਇਸ ਬਜਟ ਨੇ। ਪਹਿਲਾਂ ਆਮ ਤੌਰ 'ਤੇ ਹੁੰਦਾ ਵੀ ਜਿੰਨਾ ਪਹਿਲਾਂ ਬਜਟ ਪੇਸ਼ ਹੋਇਆ ਸੀ ਪਿਛਲੇ ਸਾਲ, ਉਦੋਂ ਵੱਧ ਪੇਸ਼ ਕਰਿਆ ਜਾਵੇ। ਅਤੇ ਪਰ ਐਤਕੀ ਇਹਨਾਂ ਨੇ, ਕਿਉਂਕਿ ਸਰਕਾਰ ਦੀ ਸੂਬੇ ਦੀ ਵਿੱਤੀ ਹਾਲਤ ਬਹੁਤੀ ਚੰਗੀ ਨਹੀਂ ਹੈ, ਉਸ ਨੂੰ ਧਿਆਨ 'ਚ ਰੱਖਦੇ ਹੋਏ ਇਹਨਾਂ ਨੇ ਪਿਛਲੇ ਸਾਲ ਦੇ 1,68,015 ਕਰੋੜ ਦੀ ਬਜਾਏ ਇਸ ਵਾਰੀ ਇਹਨਾਂ ਨੇ 1,55,860 ਕਰੋੜ ਦਾ ਬਜਟ ਪੇਸ਼ ਕਰਿਆ ਹੈ। ਇੱਕ ਤਾਂ ਇਹ ਉੱਥੋਂ ਘਟਾ ਕੇ ਜਿਹੜਾ ਪੇਸ਼ ਕਰਨਾ ਹੈ, ਇਹ ਸਭ ਨੂੰ ਪਤਾ ਵੀ ਇਹਦੇ 'ਤੇ ਕਟਾਕਸ਼ ਹੋ ਸਕਦੇ ਨੇ ਵੀ ਲਓ ਜੀ ਤੁਸੀਂ ਤਾਂ 13,000 ਦਾ ਤਾਂ ਖਰਚਾ ਹੀ ਘਟਾਤਾ, ਤੁਸੀਂ ਕੀ ਕਰਨਾ 12,000 ਦਾ। ਪਰ ਉਹ ਉਹਨਾਂ ਨੇ ਰਿਸਕ ਲਿਆ ਔਰ ਚੰਗੀ ਗੱਲ ਕਰੀ ਹੈ ਇਹ, ਕਿ ਵੀ ਨਹੀਂ, ਇਕੋਨਮੀ ਨੂੰ ਇਸ ਤਰ੍ਹਾਂ ਨਹੀਂ। ਦੂਜਾ, ਇਹਦੇ ਵਿੱਚ ਇਹਨਾਂ ਨੇ ਇਹ ਵੀ ਕੋਸ਼ਿਸ਼ ਕਰੀ ਹੈ ਕਿ ਜਿਹੜੀ ਸਿੱਖਿਆ ਅਤੇ ਸਿਹਤ ਦੇ ਉੱਤੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਕੁਝ ਕਰਾਂਗੇ। ਸਿੱਖਿਆ ਦੇ ਵਿੱਚ ਇਹਨਾਂ ਨੇ 2-3 ਪੋਜ਼ੀਟਿਵ ਗੱਲਾਂ ਕਰੀਆਂ ਨੇ, ਹਾਂ ਪੱਖੀ ਕਰੀਆਂ ਨੇ। ਇੱਕ ਤਾਂ ਇਹਨਾਂ ਨੇ ਕਿਹਾ ਹੈ ਕਿ ਅਸੀਂ ਤਕਰੀਬਨ 5300 ਸਕੂਲ ਐਸਾ ਹੈ ਜਿਹਦੀਆਂ ਜਾਂ ਤਾਂ ਚਾਰ ਦੀਵਾਰੀਆਂ ਹੈ ਨਹੀਂ, ਅਤੇ ਜਾਂ ਜੇ ਹੈਗੀਆਂ ਤਾਂ ਟੁੱਟੀਆਂ ਫੁੱਟੀਆਂ ਨੇ। ਉਹ ਸਾਰੀਆਂ ਚਾਰ ਦੀਵਾਰੀਆਂ, ਯਾਨੀ ਕਿ ਤਕਰੀਬਨ 28% ਸਕੂਲ ਬਣ ਜਾਂਦੇ ਟੋਟਲ ਸਰਕਾਰੀ ਸਕੂਲਾਂ ਦਾ, ਉਹਨਾਂ ਦੀਆਂ ਚਾਰ ਦੀਵਾਰੀਆਂ ਵਾਸਤੇ ਪੈਸਾ ਰੱਖਿਆ। ਇਸੇ ਤਰ੍ਹਾਂ ਹੀ ਇਹਨਾਂ ਨੇ ਦੂਜਾ ਕਿਹਾ ਹੈ ਵੀ ਜਿਹੜੇ ਕਾਲਜਾਂ ਦੀਆਂ ਬਿਲਡਿੰਗਾਂ ਹੈ ਨਹੀਂ ਜਾਂ ਖਰਾਬ ਨੇ, ਉਹਨਾਂ ਵਾਸਤੇ ਵੀ ਪੈਸਾ ਰੱਖਿਆ। ਇਸੇ ਤਰ੍ਹਾਂ ਲਾਇਬ੍ਰੇਰੀਆਂ ਦੀ ਕਾਲਜਾਂ 'ਚ ਬਹੁਤ ਮਹੱਤਤਾ ਹੈ। ਇਹਨਾਂ ਨੇ ਕਿਹਾ ਵੀ ਅਸੀਂ 9 ਜ਼ਿਲ੍ਹਿਆਂ ਦੇ ਵਿੱਚ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰਾਂਗੇ, ਅਤੇ ਜਿੱਥੇ ਘਾਟ ਕਮਜ਼ੋਰੀ ਆ ਉਹਨੂੰ ਵੀ ਪੂਰੀ ਕਰਾਂਗੇ। ਇਸੇ ਦੇ ਨਾਲ ਹੀ ਇੱਕ ਹੋਰ ਕੰਮ ਕਰਿਆ ਹੈ ਕਿ ਜਿੱਥੇ ਪੋਸਟ ਮੈਟ੍ਰਿਕ, ਪ੍ਰੀ ਮੈਟ੍ਰਿਕ ਸਕਾਲਰਸ਼ਿਪ ਨੇ OBC ਅਤੇ SC ਵਾਸਤੇ, ਉੱਥੇ ਨਾਲ ਦੀ ਨਾਲ ਇਹਨਾਂ ਨੇ ਕਿਹਾ ਵੀ ਜਿਹੜੇ ਜਨਰਲ ਵਰਗ ਦੇ ਵਿਦਿਆਰਥੀ ਨੇ ਉਹ ਵੀ ਜਦ ਯੂਨੀਵਰਸਿਟੀ 'ਚ ਪੜ੍ਹਦੇ ਹੋਣਗੇ ਤਾਂ ਯੂਨੀਵਰਸਿਟੀ 'ਚ ਉਹਨਾਂ ਦੀ ਫੀਸ ਦੀ ਅਸੀਂ ਰਿਆਇਤ ਦੇਵਾਂਗੇ, ਉਹਨਾਂ ਦੇ ਨੰਬਰਾਂ ਦੇ ਆਧਾਰ 'ਤੇ, ਜਿਹੜੇ ਉਹਨਾਂ ਨੇ ਨੰਬਰ ਲਏ ਹੋਣਗੇ। ਇਹਨੂੰ ਕਹਿੰਦੇ ਅਸੀਂ ਮੈਰਿਟ ਸਕਾਲਰਸ਼ਿਪ ਕਹਿ ਸਕਦੇ ਹਾਂ। ਅਸੀਂ ਕਿਸੇ ਜ਼ਮਾਨੇ 'ਚ ਹੁੰਦਾ ਸੀ ਇਹ, ਅਤੇ ਬੰਦ ਹੋ ਗਿਆ ਸੀ। ਸੋ ਉਸ ਤਰੀਕੇ ਨਾਲ ਮੈਂ ਕਹਾਂਗਾ ਵੀ ਇਹ ਕੁਛ ਗੱਲਾਂ ਜਿਹੜੀਆਂ ਹਾਂ ਪੱਖੀ ਨੇ। ਇੱਦਾਂ ਹੀ ਇਹਨਾਂ ਨੇ ਆਪਦੇ ਵੱਲੋਂ ਸਿਹਤ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰੀ ਹਾਂ ਪੱਖੀ, ਪਰ ਉਹ ਜਿਹੜਾ ਕੁਛ ਕਿਹਾ ਉਹਦੇ ਨਾਲ ਹਾਂ ਪੱਖੀ ਕੁਛ ਹੋਣਾ ਨਹੀਂ, ਉਹ ਮੈਂ ਆਵਾਂਗਾ ਬਾਅਦ 'ਚ। ਪਹਿਲਾਂ ਜਦ ਅਸੀਂ ਸਿੱਖਿਆ ਦੇ ਉੱਤੇ ਨਜ਼ਰ ਮਾਰੀਏ, ਇਸੇ ਤਰ੍ਹਾਂ ਜੇ ਅਸੀਂ ਦੇਖੀਏ ਵੀ ਐਗਰੀਕਲਚਰ 'ਚ ਵੀ ਚੰਗਾ ਬਜਟ ਰੱਖਿਆ। ਪਰਾਲੀ ਵਾਸਤੇ ਵੀ ਇਹਨਾਂ ਨੇ ਗੱਲ ਕਰੀ ਹੈ ਕਿ ਅਸੀਂ ਪਰਾਲੀ ਤੋਂ ਗੱਤਾ ਵਗੈਰਾ ਬਣਾਉਣ ਦੇ, ਬਿਜਲੀ ਬਣਾਉਣ ਦੇ ਕਾਰਖਾਨੇ ਲਵਾਵਾਂਗੇ। ਹਾਲਾਂਕਿ ਉਹ ਜਲ ਖੇੜੀ 'ਚ ਲੱਗਿਆ ਸੀ, ਉਦੋਂ ਤਾਂ ਹਾਲ ਮਾੜਾ ਹੀ ਹੈ, ਬਹੁਤਾ ਚੱਲਿਆ ਨਹੀਂ ਹੈ। ਇੱਕ ਇਹਨਾਂ ਨੇ ਇਹ ਵੀ ਕਹਿਣ ਦੀ ਕੋਸ਼ਿਸ਼ ਕਰੀ ਹੈ ਕਿ ਅਸੀਂ ਜਿਹੜਾ ਹੈ ਕਿਸਾਨਾਂ ਨੂੰ MSP ਵਾਸਤੇ ਅਤੇ ਫਸਲਾਂ ਖਰੀਦਣ ਵਾਸਤੇ, ਮੂੰਗੀ ਦੀ ਇਹਨਾਂ ਨੇ ਪਹਿਲਾਂ ਕਹੀ ਹੈ, ਉਹਦੇ ਵਾਸਤੇ ਗੋਦਾਮ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਖਰੀਦੀ ਜਾ ਸਕੇ। ਸੋ ਉਸ ਤਰੀਕੇ ਨਾਲ ਅਸੀਂ ਜੇ ਦੇਖੀਏ, ਮਨਰੇਗਾ ਦੇ ਵਿੱਚ ਇਹਨਾਂ ਨੇ 600 ਕਰੋੜ ਰੁਪਇਆ ਰੱਖਿਆ। ਪਰ ਜਦ ਇਸ ਨੂੰ ਅਸੀਂ ਦੂਜੇ ਪਾਸਿਓਂ ਇਹਦਾ
ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਜਟ ਜਾ ਕਿੱਧਰ ਨੂੰ ਰਿਹਾ, ਕਿਵੇਂ ਹੈ। ਸਿੱਖਿਆ ਦੇ ਵਿੱਚ ਇਹਨਾਂ ਨੇ ਸਿੱਖਿਆ ਸੁਧਾਰ ਵਾਸਤੇ ਇੱਕੋ ਗੱਲ ਮੋਟੀ ਦੋ ਕਹੀਆਂ ਨੇ ਵੀ ਅਸੀਂ ਕੀ ਕਰਾਂਗੇ। ਇੱਕ ਤਾਂ ਉਹ ਕਹਿੰਦੇ ਵੀ ਸਾਡੇ ਜਿਹੜੇ ਮਾਸਟਰ ਨੇ, ਹੈਡਮਾਸਟਰ ਨੇ, ਪ੍ਰਿੰਸੀਪਲ ਨੇ, ਇਹਨਾਂ ਨੂੰ ਅਸੀਂ ਬਾਹਰਲੇ ਮੁਲਕਾਂ ਦੀਆਂ ਸੰਸਥਾਵਾਂ ਤੋਂ ਸਿਖਲਾਈ ਦਿਵਾਵਾਂਗੇ। ਇਹਦਾ ਮਤਲਬ ਵੀ ਜੋ ਉਹਨਾਂ ਨੂੰ ਉਹ ਸਿਖਲਾਈ ਹੋ ਜੇ ਤਾਂ ਸ਼ਾਇਦ ਵਧੀਆ ਪੜ੍ਹਾ ਦੇਣਗੇ, ਕਿਉਂਕਿ ਹੁਣ ਤਾਂ ਬਹੁਤ ਮਾੜਾ ਹਾਲ ਹੈ। ਹੁਣ ਤਾਂ 54% 8ਵੀਂ ਦੇ ਸਰਕਾਰੀ ਸਕੂਲਾਂ ਦੇ 8ਵੀਂ ਦੇ 54% ਬੱਚਿਆਂ ਨੂੰ ਤਾਂ ਤਕਸੀਮ ਨਹੀਂ ਕਰਨੀ ਆਉਂਦੀ 3 ਅੰਕਾਂ ਨੂੰ 1 ਅੰਕ ਨਾਲ, ਤੇ ਇੱਦਾਂ ਹੀ 8ਵੀਂ ਦੇ 16% ਬੱਚਿਆਂ ਨੂੰ ਤਾਂ ਦੂਜੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ। ਇਹਨਾਂ ਨੂੰ ਲੱਗਦਾ ਵੀ ਇਹ ਸੁਧਾਰ, ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਵਿੱਦਿਆ ਦੀ, ਸਿੱਖਿਆ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋ ਜਾਏਗਾ ਜੇ ਉਹਨਾਂ ਨੂੰ ਸਿਖਲਾਈ ਦਿੱਤੀ ਜਾਵੇ। ਭਾਵ ਕਿ ਪਹਿਲੀ ਸਿਖਲਾਈ ਕਮਜ਼ੋਰ ਹੈ, ਇਹ ਸਮਝਦੇ ਨੇ। ਦੂਜਾ ਇਹਨਾਂ ਨੇ ਆਖਿਆ ਵੀ ਅਸੀਂ ਸਕੂਲ ਖੋਲਾਂਗੇ, ਸਕੂਲ ਆਫ ਐਮੀਨੈਂਸ, ਯਾਨੀ ਕਿ ਗੌਰਵਮਈ ਸਕੂਲ ਕਹਿ ਲਓ। ਤੇ ਉਹ ਜਿਹੜੇ ਗੌਰਵਮਈ ਸਕੂਲ ਖੋਲਣਗੇ, 100 ਸਕੂਲ ਖੋਲਣਗੇ, 200 ਕਰੋੜ ਰੁਪਏ ਰੱਖਿਆ। ਇਹ ਉਹੀ ਜੇ ਪਹਿਲਾਂ ਕਦੇ ਆਦਰਸ਼ ਸਕੂਲ, ਕਦੇ ਨਵੋਦਿਆ ਜਾਂਦਾ, ਕਦੇ ਸਰਵੋਦਿਆ, ਉਹਦੇ ਤਜਰਬੇ ਹੁੰਦੀ ਆਏ। 100 ਸਕੂਲ ਤੁਸੀਂ ਗੌਰਵਮਈ ਬਣਾ ਵੀ ਦਿਓਗੇ, ਬਾਕੀ ਦਾ ਕੀ ਕਰੋਗੇ? 19,500 ਸਕੂਲ ਹੈ। ਇਸੇ ਤਰ੍ਹਾਂ ਹੀ ਇਹਨਾਂ ਨੇ ਕਿਹਾ ਵੀ ਅਸੀਂ 500 ਸਕੂਲਾਂ 'ਚ ਡਿਜੀਟਲ ਕਲਾਸਰੂਮ ਬਣਾਵਾਂਗੇ। ਇਹਦਾ ਜਿਵੇਂ ਗੌਰਮੈਂਟ ਸਕੂਲ ਨਾ ਹੋਣ ਕਰਕੇ, ਡਿਜੀਟਲ ਕਲਾਸਰੂਮ ਨਾ ਹੋਣ ਕਰਕੇ, ਤੇ ਅਧਿਆਪਕਾਂ ਦੀ ਵਿਦੇਸ਼ਾਂ 'ਚ ਸਿਖਲਾਈ ਨਾ ਹੋਣ ਕਰਕੇ, ਵਿਦੇਸ਼ੀ ਏਜੰਸੀਆਂ ਵੱਲੋਂ ਸਿਖਲਾਈ ਨਾ ਹੋਣ ਕਰਕੇ, ਇਹ ਜਿਹੜਾ ਹੈ ਸਾਰਾ ਸਿੱਖਿਆ ਦੇ ਵਿੱਚ ਕਮਲਾ ਹੋਇਆ ਸਕੂਲੀ ਸਿੱਖਿਆ ਦਾ। ਨਹੀਂ, ਐਸਾ ਨਹੀਂ ਹੈ। ਸਿੱਖਿਆ ਸਭ ਤੋਂ ਪਹਿਲਾਂ ਹੀ ਮਤਲਬ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਤਨਖਾਹਾਂ 1.5 ਗੁਣਾ ਨੇ ਪੰਜਾਬ 'ਚ। ਗਿਣਤੀ ਉਹਨਾਂ ਦੀ ਜੇ ਦੇਖੀਏ ਤਾਂ 19 ਬੱਚਿਆਂ ਪਿੱਛੇ ਇੱਕ ਟੀਚਰ ਹੈਗਾ। ਇਹ ਕਹਿੰਦੇ ਅਸੀਂ 6600 ਟੀਚਰ ਹੋਰ ਭਰਤੀ ਕਰਾਂਗੇ। ਉਹ ਨਹੀਂ ਪਤਾ ਕਿੱਥੇ ਲਾਉਣਗੇ, ਕੀ ਕਰਨਗੇ। ਹਾਲਾਂਕਿ ਬਾਰਡਰ ਏਰੀਏ ਦੇ ਸਕੂਲ ਅਜੇ ਵੀ ਖਾਲੀ ਪਏ ਨੇ, ਕੰਢੀ ਏਰੀਏ ਦੇ ਖਾਲੀ ਪਏ ਨੇ। ਸੋ ਉਹਦੇ ਉੱਤੇ ਕੋਈ ਇਹ ਨਹੀਂ ਕਿਹਾ ਇਹਨਾਂ ਨੇ ਕਿਤੇ ਵੀ ਅਸੀਂ ਟੀਚਰ ਭਰਤੀ ਕਰਕੇ ਉਹਨਾਂ ਦੀ ਜਿਹੜੀ ਤੈਨਾਤੀ ਆ ਉਹ ਵੀ ਅਸੀਂ ਤਰਕ ਸੰਗਤ ਕਰਾਂਗੇ ਤਾਂ ਕਿ ਬੱਚੇ ਨੂੰ ਵਿੱਦਿਆ ਮਿਲ ਸਕੇ। ਇਹ ਕਿਤੇ ਨਹੀਂ ਕਿਹਾ ਬਜਟ 'ਚ। ਪੈਸਾ ਲੱਗ ਰਿਹਾ ਹੈ, ਉਹ ਪੈਸੇ ਦੀ ਵਰਤੋਂ ਵੀ ਤਾਂ ਹੋਣੀ ਹੈ। ਤੁਸੀਂ ਕਹਿੰਦੇ 400 ਟੀਚਰ ਭਰਤੀ ਕਰਾਂਗੇ, ਤੁਸੀਂ ਨਾਲ ਦੀ ਨਾਲ ਇਹ ਨਹੀਂ ਕਿਉਂ ਨਹੀਂ ਕਹਿੰਦੇ ਵੀ ਬਹੁਤ ਸਾਰੇ ਸਕੂਲਾਂ 'ਚ ਕਿਉਂਕਿ ਟੀਚਰ ਹੈ ਨਹੀਂ, ਕਈ ਜਗ੍ਹਾ 'ਤੇ ਜ਼ਿਆਦਾ ਨੇ, ਅਸੀਂ ਉਹ ਵੀ ਤਰਕ ਸੰਗਤ ਕਰਾਂਗੇ ਤਾਂ ਕਿ ਬਜਟ 'ਤੇ ਬੋਝ ਵੀ ਨਾ ਪਵੇ। ਬਜਟ ਦਾ ਮਤਲਬ ਕੀ ਹੁੰਦਾ? ਤੁਹਾਡੇ ਫालतू ਪੈਸਾ ਨਾ ਹੋਵੇ ਜਾਂ ਪੈਸਾ ਵੇਸਟ ਨਾ ਜਾਵੇ। ਇਸੇ ਤਰ੍ਹਾਂ ਹੀ ਜਿਹੜਾ ਇਹ ਦੇਖਿਆ ਹੀ ਨਹੀਂ ਵੀ ਇੱਥੇ ਅਨੁਸ਼ਾਸਨ ਦੀ ਘਾਟ ਹੈ, ਇੱਥੇ ਕਿਤਾਬਾਂ ਨਹੀਂ ਸਮੇਂ 'ਤੇ ਮਿਲਦੀਆਂ, ਇੱਥੇ ਟੀਚਰ ਗੈਰ ਹਾਜ਼ਰ ਰਹਿੰਦੇ ਨੇ, ਇੱਥੇ ਝੂਠੀਆਂ ਡਿਗਰੀਆਂ ਵਾਲੇ ਟੀਚਰ ਲੱਗੇ ਨੇ, ਉਹਦੇ ਉੱਤੇ ਕੋਈ ਗੱਲ ਹੀ ਨਹੀਂ ਕਰੀ, ਕੋਈ ਆਈ ਬਾਈ ਹੋਈ ਨਹੀਂ। ਸੋ ਇਸ ਕਰਕੇ ਇਸ ਤੋਂ ਪਤਾ ਲੱਗਦਾ ਕਿਤਾਬਾਂ ਦਾ ਕੁਆਲਿਟੀ ਬਹੁਤ ਘਟੀਆ, ਜਿਹੜੀਆਂ ਕਿਤਾਬਾਂ ਛਾਪਦੇ ਨੇ, ਉਹਦਾ ਕੰਟੈਂਟ ਪਤਾ, ਉਹਦਾ ਜਿਹੜਾ ਵਿਸ਼ਾ ਵਸਤੂ ਹੈ, ਜਿਹੜਾ ਉਹਦੇ 'ਚ ਸਮੱਗਰੀ ਹੈ, ਉਹ ਬਹੁਤ ਮਾੜੀ ਹੈ। ਸੋ ਗਲਤ ਹੈ ਉਹ ਬਹੁਤ ਸਾਰੀ। ਪੰਜਾਬੀ ਦਾ ਗ੍ਰਾਮਰ ਗਲਤ, 8ਵੀਂ ਦਾ ਵੀ, 10ਵੀਂ ਦਾ ਵੀ, ਮਿਡਲ ਕਲਾਸਾਂ ਦਾ ਵੀ, ਚਾਹੇ ਹਾਈ ਕਲਾਸਾਂ ਦਾ ਵੀ। ਕੀ ਕਰੋਗੇ? ਸੋ ਇਸ ਕਰਕੇ ਇਤਿਹਾਸ ਦੀ ਕਿਤਾਬ ਦਾ ਪਹਿਲਾਂ ਰੌਲਾ ਬਥੇਰਾ ਪਿਆ ਹੋਇਆ ਸੀ। ਸੋ ਮੈਨੂੰ ਐਂ ਲੱਗਦਾ ਹੈ ਵੀ ਜਿੱਥੇ ਉਹਦੇ 'ਤੇ ਉਂਗਲ ਰੱਖਣ ਦੀ ਬਜਾਏ, ਸਾਰੇ ਸਕੂਲਾਂ ਨੂੰ ਠੀਕ ਕਰਨ ਦੀ ਬਜਾਏ ਕਿ ਅਸੀਂ ਐਵਰੇਜ ਪੜ੍ਹਾਈ ਵਧੀਆ ਹੋਵੇ ਹਰੇਕ ਸਕੂਲ 'ਚ, ਉਹਦੇ ਵਾਸਤੇ ਇੱਕ ਨਵਾਂ ਰਸਤਾ ਕਹਿਤਾ ਵੀ ਅਸੀਂ ਜੀ ਤੁਹਾਨੂੰ ਗੌਰਮੈਂਟ ਸਕੂਲ ਖੋਲ੍ਹ ਦਾਂਗੇ 100। ਅਸੀਂ ਜੀ ਡਿਜੀਟਲ, ਜਿਵੇਂ ਕਿ ਡਿਜੀਟਲ ਕਲਾਸਰੂਮ ਨਾ ਹੋਣ ਕਰਕੇ ਪੜ੍ਹਾਈ ਰੁਕੀ ਹੋਈ ਹੈ, ਬਲਕਿ ਡਿਜੀਟਲ ਕਲਾਸਰੂਮ ਤਾਂ ਪੜ੍ਹਾਈ ਨੂੰ ਹੋਰ ਜ਼ਿਆਦਾ ਖਰਾਬ ਕਰੇਗਾ। ਇੱਕ ਹੋਰ ਕਿਹਾ ਜਿਹੜੀ ਚੱਲਦੀ ਸੀ, ਇਹ ਬਿਊਰੋਕਰੈਟਿਕ ਸਟਾਈਲ ਹੀ ਹੈ ਕਿ ਜੀ ਅਸੀਂ ਨਾ ਸੋਲਰ ਸਿਸਟਮ ਲਾਵਾਂਗੇ, ਸੋਲਰ ਪੈਨਲ, ਤਾਂ ਕਿ ਬਿਜਲੀ ਦੀ ਬਹੁਤ ਬੱਚਤ ਹੋਊ। ਜਿਹੜੀ ਕੰਪਨੀ ਨੂੰ ਪਿਛਲੀ ਸਰਕਾਰ ਨੇ ਠੇਕਾ ਦਿੱਤਾ ਹੋਇਆ ਸੀ, ਉਹ ਸਾਰੇ ਪੈਨਲ ਪੂਨਲ ਜਿਹੜੇ ਸੀ ਉਹ ਬੱਚਿਆਂ ਨੂੰ ਆ ਕੇ ਬੱਚਿਆਂ ਦੀ ਪੜ੍ਹਾਈ ਕਰਨ ਦੇ ਬੰਦ। ਉਹਨੂੰ ਕਹਿੰਦੇ ਆ ਸਾਡਾ ਸਮਾਨ ਟਰੱਕ 'ਚੋਂ ਢੋਵੋ, ਅੰਦਰ ਲੈ ਕੇ ਜਾਓ। ਫਿਰ ਉਹਨੂੰ ਕਹਿੰਦੇ ਇਹਨੂੰ ਬਾਹਰ ਕੱਢੋ, ਤੇ ਉਹ ਕੰਮ ਕਰਦੇ ਨਹੀਂ। ਇਹ ਪਹਿਲਾਂ ਉਹਦੀ ਸਟੱਡੀ ਤਾਂ ਕਰ ਲੈਂਦੇ ਵੀ ਜਿਹੜੇ ਪਹਿਲੀ ਸਰਕਾਰ ਨੇ ਪੈਨਲ ਪੂਨਲ ਲਵਾਏ ਸੀ, ਜਿਹੜੀ ਕੰਪਨੀ ਠੇਕਾ ਦਿੱਤਾ ਸੀ, ਉਹਦਾ ਹਾਲ ਕੀ ਹੈ। ਮੈਂ ਗਿਣਾ ਦਿੰਦਾ ਇਹਨਾਂ ਨੂੰ ਸਕੂਲ ਜਿੱਥੇ ਲੋਕਾਂ ਨੇ ਆਪ ਪੰਚਾਇਤ ਨਾਲ, ਕਿਸੇ NRI ਤੋਂ ਜਾਂ ਆਪ ਇਕੱਠੇ ਕੁੱਠੇ ਕਰਾ ਕੇ ਪੈਸੇ ਲਵਾ ਲਏ, ਉਹ ਬਿਹਤਰ ਚੱਲਦੇ ਨੇ, ਉੱਥੇ ਬਿਜਲੀ ਵੀ ਫਾਲਤੂ ਪੈਦਾ ਹੋ ਰਹੀ ਹੈ। ਕਿ ਜਿੱਥੇ ਇਹਨਾਂ ਨੇ ਲਵਾਏ ਨੂੰ ਚੱਲਦੀ ਨਹੀਂ, ਜਾ ਕੇ ਦੇਖ ਰਹੇ ਨੇ, ਉਹ ਤਾਂ ਦੇਖਿਆ ਹੀ ਨਹੀਂ। ਅੱਗਾ ਦੌੜ ਪਿੱਛੇ ਚੌੜਾ ਦੀ ਗੱਲ ਹੈ। ਸੋ ਸਿੱਖਿਆ ਦੇ ਵਿੱਚ ਇਹਨਾਂ ਦਾ ਜਿਹੜਾ ਸਕੂਲੀ ਸਿੱਖਿਆ ਦਾ ਹੈ, ਉਹਦੇ 'ਚ ਕੋਈ ਸੁਧਾਰ ਨਹੀਂ ਹੋਣਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜਿੱਦਾਂ ਦਾ ਇਹਨਾਂ ਨੇ ਪੈਸਾ, ਹਾਲਾਂਕਿ ਬਜਟ ਬਹੁਤ ਹੈ। ਤੇ ਦੂਜੇ ਪਾਸੇ ਸਿਹਤ ਦੇ ਵਿੱਚ ਇੱਦਾਂ ਹੀ ਕਰਿਆ। ਸਿਹਤ ਦੇ ਵਿੱਚ ਸਾਡੀ ਲੋੜ ਕੀ ਹੈ? ਸਾਡੀ ਲੋੜ ਇਹ ਹੈ ਕਿ ਪਿੰਡਾਂ ਦੇ ਵਿੱਚ, ਸ਼ਹਿਰੀ ਬਸਤੀਆਂ ਦੇ ਵਿੱਚ ਗਰੀਬ ਆਦਮੀ ਨੂੰ ਜਦ ਕੋਈ ਮਾੜੀ ਮੋਟੀ ਐਮਰਜੈਂਸੀ ਹੋਵੇ ਉਦੋਂ ਟਰੀਟਮੈਂਟ ਮਿਲ ਜੇ, ਆਊਟਡੋਰ ਦਾ ਟਰੀਟਮੈਂਟ ਮਿਲ ਜੇ, ਜਦੋਂ ਕੋਈ ਆਪਰੇਸ਼ਨ ਵਗੈਰਾ ਹੋਣਾ ਹੈ ਉਹਦਾ ਸੌਖਾ ਸਸਤਾ ਹੋ ਜੇ, ਘਰ ਦੇ ਨੇੜੇ ਹੋ ਜੇ। ਇੰਨੀ ਕੁ ਮੋਟੀ ਗੱਲ ਚਾਹੀਦੀ ਹੈ। ਇਹ ਗੱਲ ਤਾਂ ਹੋ ਹੀ ਨਹੀਂ ਰਹੀ, ਇਹਦੇ ਉੱਤੇ ਕਿਸੇ ਨੇ ਨਜ਼ਰ ਹੀ ਨਹੀਂ ਮਾਰੀ। ਇਹ ਦੇਖਿਆ ਹੀ ਨਹੀਂ ਵੀ ਬਿਮਾਰੀਆਂ ਤਾਂ ਪੈਦਾ ਹੁੰਦੀਆਂ ਨੇ ਕਿ ਬੱਚਿਆਂ 'ਚ, ਲੋਕਾਂ 'ਚ ਖੂਨ ਦੀ ਕਮੀ ਹੈ, ਲੋਕਾਂ 'ਚ ਖੁਰਾਕ ਦੀ ਕਮੀ ਹੈ। ਪੰਜਾਬ ਦੇ ਆ ਹੁਣੀ ਦਸੰਬਰ 2021 'ਚ 19 ਤੋਂ 21 ਤੱਕ ਦਾ ਸਰਵੇ ਕੇਂਦਰ ਸਰਕਾਰ ਨੇ ਕਰਾਇਆ, ਨੈਸ਼ਨਲ ਫੈਮਿਲੀ ਹੈਲਥ ਸਰਵੇ ਕਹਿੰਦੇ ਉਹਨੂੰ ਅਸੀਂ, 5ਵਾਂ ਗੇੜ। ਉਹ ਹਰ ਕੁਝ ਸਾਲਾਂ ਬਾਅਦ ਹੁੰਦਾ। 5ਵੇਂ ਗੇੜ ਦੇ ਵਿੱਚ
88.1% ਬੱਚੇ 6 ਤੋਂ 23 ਮਹੀਨਿਆਂ ਦੇ ਉਹ ਨੇ ਪੰਜਾਬ 'ਚ ਜਿਨ੍ਹਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲਦਾ। ਇਹ ਕਿੰਨਾਂ ਨੂੰ ਠੀਕ ਕਰਨਗੇ? ਇਹ ਲਾ ਲੈਣਾ ਹਿਸਾਬ। 27% ਬੱਚੇ ਉਹ ਨੇ 16% ਉਹ ਨੇ ਜਿਹੜੇ ਕੱਦ ਦੇ ਵੱਧ ਰਹੇ ਨੇ। 10% ਬੱਚੇ ਉਹ ਨੇ ਜਿਹੜੇ ਬਿਲਕੁਲ ਹੀ ਬਹੁਤ ਹੀ ਮਾੜੀ ਹਾਲਤ 'ਚ ਨੇ, ਕੁਪੋਸ਼ਣ ਦਾ ਸ਼ਿਕਾਰ ਨੇ, ਬਹੁਤ ਹੀ ਮਾੜੇ ਕੁਪੋਸ਼ਣ ਦਾ। ਇਸੇ ਤਰ੍ਹਾਂ ਹੀ ਜੇ ਅਸੀਂ ਦੇਖੀਏ 5 ਸਾਲ ਤੋਂ ਘੱਟ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਤਕਰੀਬਨ 70 ਪੁਆਇੰਟ ਸਮਥਿੰਗ 70% ਬੱਚਿਆਂ 'ਚ 71% 'ਚ ਖੂਨ ਦੀ ਕਮੀ ਹੈ, ਅਨੀਮੀਆ ਉਸ ਨੂੰ। ਔਰਤਾਂ ਦੇ ਵਿੱਚ 58% ਔਰਤਾਂ ਨੂੰ ਅਨੀਮੀਆ, ਅੱਧੀਆਂ ਤੋਂ ਵੱਧ ਔਰਤਾਂ ਨੂੰ ਅਨੀਮੀਆ। ਮਰਦਾਂ ਦੇ ਵਿੱਚ ਵੀ 22.5% ਨੂੰ ਅਨੀਮੀਆ, ਤਕਰੀਬਨ ਕਹਿ ਲਓ ਵੀ ਚੌਥਾ ਹਿੱਸਾ ਨੂੰ। ਫਿਰ ਇੱਕ ਹੋਰ ਗੰਭੀਰਤਾ ਦਾ ਜਿਹੜਾ ਸਵਾਲ ਹੈ, ਜਿਹੜੇ ਘਬਰੇਟ ਤੇ ਮੁਟਿਆਰਾਂ ਨੇ ਯਾਨੀ ਕਿ 15 ਤੋਂ 19 ਸਾਲ ਦੇ, ਉਹਨਾਂ ਦੇ ਵਿੱਚ ਅਨੀਮੀਆ ਹੋਰ ਵੀ ਜ਼ਿਆਦਾ ਹੈ। ਘਬਰੇਟਾਂ ਦੇ ਵਿੱਚ 30% ਨੂੰ ਅਨੀਮੀਆ, ਤੀਜਾ ਹਿੱਸਾ ਘਬਰੇਟ ਦਾ ਮੂੰਹ ਪੀਲਾ ਹੋਇਆ ਪਿਆ ਹੈ, ਉਹ 'ਚ ਖੂਨ ਹੀ ਨਹੀਂ ਹੈ। ਤੇ ਮੁਟਿਆਰਾਂ ਦੇ ਵਿੱਚ ਤਾਂ 60% ਦੇ ਵਿੱਚ ਅਨੀਮੀਆ। ਹਰ 10 ਮੁਟਿਆਰਾਂ ਤੋਂ 6 ਮੁਟਿਆਰਾਂ ਦਾ ਮੂੰਹ ਪੀਲਾ ਭੂਕ ਹੋਇਆ ਪਿਆ। ਇਹ ਕਿਹੜੀ ਆਸ ਕਰਦੇ ਨੇ ਵੀ ਉਹ ਚੰਗੇ ਸਿਹਤਮੰਦ ਬੱਚੇ ਜੰਮਣਗੀਆਂ, ਉਹ ਖੁਸ਼ ਹੋ ਕੇ ਕੰਮ ਕਰਨਗੀਆਂ, ਉਹ ਗਿੱਧਾ ਪਾਉਣਗੀਆਂ, ਉਹ ਨੱਚਣਗੀਆਂ ਟੱਪਣਗੀਆਂ, ਜਾਂ ਮੁੰਡੇ ਭੰਗੜਾ ਪਾਉਣਗੇ? ਇਹ ਕਿਉਂ ਆਸ ਕਰਦੇ ਨੇ, ਕਿੱਥੋਂ ਆਸ ਕਰਦੇ ਨੇ? ਇਹ ਹੈ, ਇਹਦੇ ਉੱਤੇ ਇੱਕ ਵੀ ਲਫ਼ਜ਼ ਨਹੀਂ ਹੈ। ਘੱਟੋ ਘੱਟ ਇਹੀ ਕਹਿੰਦੇ ਵੀ ਅਸੀਂ ਅਨੀਮੀਆ ਦੂਰ ਕਰਨ ਵਾਸਤੇ ਇੰਨਾ ਪੈਸਾ ਰੱਖਿਆ, ਉਹਦੀ ਅਸੀਂ ਆਇਰਨ ਫੋਲਿਕ ਦੀ ਵੰਡ ਕਰਾਂਗੇ। ਕਿਤੇ ਗੱਲ ਨਹੀਂ ਕਰੀ। ਉਹਦੇ ਵਾਸਤੇ ਕੋਈ ਕਰਮਚਾਰੀ ਦੀ ਲੋੜ ਸੀ, ਹੋਰ ਸੀ, ਕੁਛ ਨਹੀਂ ਕਰਿਆ। ਇਸੇ ਤਰ੍ਹਾਂ ਹੀ ਦੂਜਾ ਪਾਸਾ ਹੁਣ ਕਰਿਆ ਕੀ ਹੈ? ਪਿੰਡਾਂ ਦੇ ਲੋਕਾਂ ਨੂੰ, ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਮਿਲ ਨਹੀਂ ਰਹੀਆਂ। ਨਾ ਉਹਨਾਂ ਨੂੰ ਆਊਟਡੋਰ ਦੀਆਂ ਸੇਵਾਵਾਂ ਮਿਲਦੀਆਂ ਨੇ, ਨਾ ਉਹਨਾਂ ਨੂੰ ਐਮਰਜੈਂਸੀ ਸੇਵਾਵਾਂ ਮਿਲਦੀਆਂ ਨੇ, ਨਾ ਉੱਥੇ ਸਪੈਸ਼ਲ ਸੇਵਾਵਾਂ ਨੇ। ਜਿਹੜੇ ਘੱਟੋ ਘੱਟ ਮਾਪਦੰਡ ਨੇ ਕੇਂਦਰ ਸਰਕਾਰ ਵੱਲੋਂ ਤੈਅ ਰਾਸ਼ਟਰੀ ਲੈਵਲ ਤੇ, ਜਿਹੜੇ ਗਰੀਬ ਤੋਂ ਗਰੀਬ ਸਟੇਟ ਵੀ ਲਾ ਰਹੀ ਹੈ, ਪੰਜਾਬ 'ਚ ਉਹ ਵੀ ਨਹੀਂ ਲੱਗ ਰਹੇ। ਸੰਸਥਾਵਾਂ ਤਾਂ ਬਹੁਤ ਨੇ। ਸੋ ਉਹਨਾਂ ਸੰਸਥਾਵਾਂ ਨੂੰ ਠੀਕ ਕਰਨ ਦੀ ਬਜਾਏ, ਸਟਰੈਂਥਨ ਕਰਨ ਦੀ ਬਜਾਏ ਹੱਲ ਕੀ ਕੱਢ ਲਿਆ? ਕਹਿੰਦੇ ਅਸੀਂ ਮੁਹੱਲਾ ਕਲੀਨਿਕ ਖੋਲਾਂਗੇ, 117 ਕਲੀਨਿਕ ਹੋਣਗੇ। ਪਹਿਲੀ ਗੱਲ ਤਾਂ ਮੁਹੱਲਾ ਕਲੀਨਿਕ ਬਲਾਕ ਦੇ ਉੱਤੇ ਮੁਹੱਲਾ ਕਲੀਨਿਕ ਦਾ ਕੀ ਮਤਲਬ ਰਹਿ ਗਿਆ? ਮੁਹੱਲਾ ਕਲੀਨਿਕ ਚਾਹੀਦੇ ਨੇ, ਚੰਗੀ ਸਕੀਮ ਹੈ, 16,000 ਚਾਹੀਦਾ। ਪਰ ਮੁਹੱਲੇ ਕਲੀਨਿਕ ਦਾ ਮਤਲਬ ਹੈ ਲੋਕਾਂ ਦੇ ਘਰ ਦੇ ਨੇੜੇ, ਰਾਤ ਬਰਾਤੇ, ਮੌਕੇ ਬੇਮੌਕੇ, ਗਰੀਬ ਆਦਮੀ ਨੂੰ ਜਦ ਤੁਰ ਨਹੀਂ ਸਕਦਾ, ਹੋਰ ਹੈ, ਉਹਨੂੰ ਛੋਟਾ ਮੋਟਾ ਇਲਾਜ ਹੈ ਜਿਹੜਾ ਉਹਦੇ ਘਰ ਦੇ ਨੇੜੇ ਮਿਲਦੀ। ਵੱਡੇ ਇਲਾਜ ਵਾਸਤੇ ਉਹ ਡਿਸਪੈਂਸਰੀ ਹਸਪਤਾਲ ਚਲਾ ਜਾਊਗਾ। ਸੋ ਇਹਨਾਂ ਨੇ ਉਹ ਵੀ ਫਿਰ 117 ਖੋਲ੍ਹਣੇ ਨੇ। ਤੁਹਾਡੇ ਕੋਲ ਹਰ ਬਲਾਕ ਦੇ ਉੱਤੇ ਇੱਕ ਕਮਿਊਨਿਟੀ ਹੈਲਥ ਸੈਂਟਰ ਜੀ, 30 ਬੈੱਡ ਨੇ, 30 ਬੈੱਡ ਦਾ ਹਸਪਤਾਲ ਹੈ। 7 ਡਾਕਟਰ ਨੇ ਉੱਥੇ, ਪੋਸਟਾਂ ਨੇ ਭਰੀਆਂ ਨਹੀਂ ਹੋਈਆਂ, ਵੱਖਰੀ ਗੱਲ ਹੈ। ਇਸੇ ਤਰ੍ਹਾਂ ਹੀ ਤੁਹਾਡੇ ਕੋਲ 516 ਪ੍ਰਾਇਮਰੀ ਹੈਲਥ ਸੈਂਟਰ ਨੇ, ਯਾਨੀ ਕਿ ਇੱਕ ਬਲਾਕ 'ਚ ਪ੍ਰੈਕਟੀਕਲੀ ਕਰੋ ਵੀ 3 ਤੋਂ ਵੀ ਉੱਪਰ ਨੇ। ਤੇ ਤੁਸੀਂ ਉਹਨਾਂ ਦੇ ਬਣਾ ਲਓ, ਜਿਹੜੇ ਕਲੀਨਿਕ ਬਣਾਉਣੇ ਨੇ ਮੁਹੱਲਾ ਕਲੀਨਿਕ, ਉਹਨਾਂ ਦੇ ਲਾ ਦਿਓ ਡਾਕਟਰ ਜਿਹੜਾ ਵੀ ਲਾਉਣਾ। ਜਿਹੜਾ ਨਵਾਂ ਹੋਰ ਕਾਹਦੇ ਵਾਸਤੇ ਖੜਾ ਕਰ ਦਿਓ? ਸੋ ਇਹ ਤੇ ਪਤਾ ਲੱਗਦਾ ਹੈ ਵੀ ਇੱਕ ਵੀ ਆਪਣੀ ਮੈਂ ਨਾ ਮੰਨੂ ਜਿੱਦਾਂ ਦੀ ਗੱਲ ਹੈ। ਸੋ ਉਹ ਦੂਜੇ ਪਾਸੇ ਮੈਡੀਕਲ ਕਾਲਜ ਨੇ। ਮੈਡੀਕਲ ਕਾਲਜ ਜਿਹੜਾ ਕੁਝ ਹੈਗਾ, ਪਹਿਲਾਂ ਹੀ ਬਥੇਰਾ ਕੁਝ ਹੈਗਾ, ਉਹ ਤਾਂ ਚੱਲਦਾ ਨਹੀਂ ਇਹਨਾਂ ਤੋਂ। ਕਹਿੰਦੇ ਜੀ ਅਸੀਂ ਸੁਪਰ ਸਪੈਸ਼ਲਿਟੀ ਹਸਪਤਾਲ ਹੋਰ ਖੋਲਾਂਗੇ, ਅਸੀਂ ਜੀ ਇੱਕ ਜਿਗਰ ਤੇ ਪਿੱਤੇ ਦੀ ਨਵੀਂ ਸੰਸਥਾ ਖੋਲਾਂਗੇ। ਜਿਗਰ ਤੇ ਪਿੱਤੇ ਦੀ ਸੰਸਥਾ ਦਿੱਲੀ ਕੇਂਦਰ ਸਰਕਾਰ ਤੋਂ ਚੱਲ ਨਹੀਂ ਰਹੀ, ਉਹ ਔਖੀ ਹੋਈ ਪਈ ਹੈ। ਇਹ ਪਤਾ ਨਹੀਂ ਕਿੱਥੋਂ ਚਲਾ ਲੈਣਗੇ, ਇਹਦੀ ਲੋੜ ਕਿੰਨੀ ਕੁ ਹੈ। ਸੋ ਜਿਹੜੇ ਕੰਮ ਵੀ, ਜਿਹੜਾ ਜਿਗਰ ਲੋਕਾਂ, ਜਿਹੜਾ ਪਿੱਤਾ ਖਰਾਬ ਹੁੰਦਾ, ਉਹ ਪਿੱਤੇ ਦੇ ਆਪਰੇਸ਼ਨਾਂ ਦਾ ਤਾਂ ਪ੍ਰਬੰਧ ਨਹੀਂ ਕਰਨ ਨੂੰ ਤਿਆਰ। ਸੋ ਜੇ ਕਹਿਣ ਦੀ ਮੇਰੀ ਗੱਲ ਇਹ ਹੈ ਵੀ ਜਿਹੜਾ ਸਮਾਨ ਇਹਨਾਂ ਕੋਲ ਪਿਆ ਉਹਨੂੰ ਵਰਤਣ ਦੀ ਗੱਲ ਨਹੀਂ। ਇੱਕ ਮਰੀਜ਼ ਨੂੰ ਪੂਰੇ ਸਾਲ 'ਚ, ਇੱਕ ਬੰਦੇ ਨੂੰ ਪ੍ਰਤੀ ਵਿਅਕਤੀ 28 ਰੁਪਏ ਦਵਾਈਆਂ ਤੇ ਲਾਏ ਨੇ ਇਹਨਾਂ ਨੇ ਪਿਛਲੇ ਸਾਲ, ਪੰਜਾਬ ਸਰਕਾਰ ਨੇ। 28 ਰੁਪਏ 'ਚ 2 ਪੈਰਾਸੀਟਾਮੋਲ ਦੇ ਪੱਤੇ ਹੁੰਦੇ। ਸਾਰੇ ਸਾਲ 'ਚ ਪ੍ਰਤੀ ਵਿਅਕਤੀ 2 ਪੈਰਾਸੀਟਾਮੋਲ ਦੇ ਪੱਤਿਆਂ ਨਾਲ ਕਿਹੜਾ ਇਲਾਜ ਕਰ ਲੈਣਗੇ? ਕੀ ਨਿਉਂਦੇ ਪਾਉਣਗੇ, ਕੀ ਕੋਕੇ ਪਾਉਣਗੇ? ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਹੈਲਥ ਦੇ ਵਿੱਚ ਜਿਹੜਾ ਲੋਕਾਂ ਨੂੰ ਪੇਂਡੂ ਖੇਤਰ 'ਚ ਤੇ ਅਰਬਨ ਸਲਮ 'ਚ ਮੁਹੱਲਾ ਕਲੀਨਿਕ ਖੋਲ੍ਹਣੇ ਚਾਹੀਦੇ ਸੀ। 16,000 ਮੁਹੱਲਾ ਕਲੀਨਿਕ ਚਾਹੀਦਾ। ਉੱਥੇ ਕੋਈ ਆਸ਼ਾ ਉਹਨੂੰ ਲਾ ਦਿਓ, ਇਹਨਾਂ ਤਾਂ ਪੂਰੀ ਤਨਖਾਹ ਹੀ ਮਿਲਦੀ ਹੈ। ਦੂਜਿਆਂ ਨੂੰ ਥੋੜ੍ਹਾ ਤਨਖਾਹ ਦਾ ਸਵਾਲ ਹੈ ਵੀ ਤੁਸੀਂ ਉਹਨਾਂ ਨੂੰ ਆਨਰੇਰੀਅਮ ਦੇ ਦਿਓ। ਨਾਲ ਉਹਨਾਂ ਨੂੰ ਜਿਹਨਾਂ ਨੂੰ ਆਨਰੇਰੀਅਮ ਦੇ, ਉਹਨਾਂ ਨੂੰ ਕਹੋ ਵੀ ਜਿਹੜੀ ਰਾਤ ਬਰਾਤ ਤੁਸੀਂ ਸੇਵਾ ਦਿਓਗੇ ਉਹਦੇ ਇੰਨੇ ਕੁ ਪੈਸੇ ਚਾਰਜ ਕਰ ਲਓ। ਦਵਾਈਆਂ ਉੱਥੇ ਜਿਹੜੀਆਂ 4 ਪੱਟੀ ਹੋਰ ਸਪਿਰਿਟ ਵਗੈਰਾ ਰੱਖਣੀਆਂ, ਬੀਟਾਡੀਨ ਵਗੈਰਾ, ਉਹਦੇ ਉਹਨੂੰ ਕਹੋ ਵੀ ਇਹ ਤੂੰ ਮੁਫਤ ਤੈਨੂੰ ਸਰਕਾਰ ਦੇਏਗੀ। ਇਹ ਕੋਈ ਔਖਾ ਨਹੀਂ ਵੀ ਬੰਦਾ ਘਰੋਂ ਚੱਲ ਕੇ ਆਪਦੇ ਹਰ ਇੱਕ ਵਾਰਡ 'ਚ ਇੱਕ ਖੋਲ੍ਹ ਦਿਓ, ਪਿੰਡ ਦੀ ਹਰੇਕ ਪੱਤੀ 'ਚ ਇੱਕ ਖੋਲ੍ਹ ਦਿਓ। ਉਹਦੇ 'ਚ ਇਹ ਵੀ ਨਾ ਝਗੜਾ ਰਹੇ ਵੀ ਇਹ ਜੀ ਸ਼ਡਿਊਲਡ ਕਾਸਟਾਂ ਦੀ ਪੱਤੀ ਹੈ, ਇਹਨਾਂ 'ਚ ਕਿਉਂ ਨਹੀਂ ਖੋਲ੍ਹਿਆ? ਹਰੇਕ ਪੱਤੀ 'ਚ ਖੋਲ੍ਹੋ ਜਿੰਨੀਆਂ ਵੀ ਨੇ।
ਕੋਈ ਔਖਾ ਕੰਮ ਨਹੀਂ ਹੈ। ਇੱਕ ਕਮਰਾ ਚਾਹੀਦਾ, ਉੱਥੇ ਰਾਤ ਬਰਾਤੇ ਦਿਨ ਉਹ ਆਪਦੇ ਭਾਵੇਂ ਘਰ 'ਚ ਹੀ ਖੋਲ੍ਹਦੇ, ਉਹਨੂੰ ਕੋਈ ਤੈਨੂੰ ਕਿਰਾਇਆ ਦੇ ਦਿਆ ਕਰਾਂਗੇ ਤੇਰੇ ਘਰ ਦਾ ਕਮਰਾ ਜੇ ਹੈਗਾ ਤੇਰੇ ਕੋਲੇ, ਪਰ ਹੋਵੇ ਉਹ ਉਸ ਅਖਬਾਰ ਜਾਂ ਪੱਤੀ 'ਚ। ਕੋਈ ਔਖਾ ਕੰਮ ਨਹੀਂ। 16,000 ਨਾ 20,000 ਆਸ਼ਾ ਪਹਿਲਾਂ ਹੀ ਸੀ, 40,000 ਹੋਰ ਭਰਤੀ ਕਰਨੀ ਸੀ, ਸਾਰੇ ਮੁਹੱਲਾ ਕਲੀਨਿਕ ਚੱਲ ਸਕਦੇ ਸੀ। ਹਰ 500 ਦੇ ਪਿੱਛੇ ਮੁਹੱਲਾ ਕਲੀਨਿਕ ਵਾਸਤੇ ਉਹ 20,000 ਹੀ ਬਥੇਰੀ ਹੈ, ਕਿਉਂਕਿ 16,000 ਮੁਹੱਲਾ ਕਲੀਨਿਕ ਹੀ ਚਾਹੀਦੇ ਨੇ। ਸੋ ਉਹਦੇ ਉੱਤੇ ਵੀ ਕੋਈ ਇਹਨਾਂ ਨੇ ਕੋਸ਼ਿਸ਼ ਨਹੀਂ ਕਰੀ। ਇਸ ਤੋਂ ਅੱਗੇ ਜਦ ਆਪਾਂ ਦੇਖਦੇ ਹਾਂ ਵੀ ਜਿਹੜੇ ਐਮਰਜੈਂਸੀ ਸੇਵਾਵਾਂ ਨੇ ਉਹ ਕਿਵੇਂ, ਆਊਟਡੋਰ ਸੇਵਾਵਾਂ ਚੰਗੀਆਂ ਕਿਵੇਂ ਦਿੱਤੀਆਂ ਜਾਂਦੀਆਂ। ਜਿਹੜੇ ਡਿਸਪੈਂਸਰੀਆਂ ਨੇ, 1400 ਤੋਂ ਵੱਧ ਡਿਸਪੈਂਸਰੀ ਐਲੋਪੈਥੀ ਦੀ ਆ, 500 ਤੋਂ ਉੱਪਰ ਹੈਗੀ ਆ ਆਯੁਰਵੇਦ ਦੀ, 107 ਡਿਸਪੈਂਸਰੀਆਂ ਹੈਗੀਆਂ ਨੇ ਹੋਮੋਪੈਥੀ ਦੀਆਂ। ਸੋ ਤਕਰੀਬਨ 2000 ਡਿਸਪੈਂਸਰੀ ਆ, ਹਰ 6 ਪਿੰਡਾਂ ਪਿੱਛੇ ਇੱਕ ਡਿਸਪੈਂਸਰੀ ਹੈਗੀ ਆ। ਉਹਨਾਂ ਡਿਸਪੈਂਸਰੀਆਂ ਦੇ ਡਾਕਟਰ ਜਾਂਦੇ ਨਹੀਂ, ਡਾਕਟਰ ਰਹਿੰਦੇ ਨੇ ਗੈਰ ਹਾਜ਼ਰ। ਜਿਹੜੇ ਹੈਲਥ ਮਹਿਕਮੇ ਦੇ ਅੰਡਰ ਨੇ ਆਯੁਰਵੇਦ ਤੇ ਹੋਮੋਪੈਥੀ ਨਾਲ, ਉਹ ਵੀ ਗੈਰ ਹਾਜ਼ਰ ਰਹਿੰਦੇ ਨੇ, ਤੇ ਕੁਝ 200 ਐਲੋਪੈਥੀ ਦੀ ਵੀ ਆ। ਜਿਹੜੀਆਂ 1186 ਉਹਨੂੰ ਪੇਂਡੂ ਵਿਭਾਗ ਨੂੰ ਦਿੱਤੀਆਂ ਹੋਈਆਂ ਨੇ, ਪੰਚਾਇਤ ਵਿਭਾਗ ਨੂੰ, ਉਹਦੇ ਵੀ ਗੈਰ ਹਾਜ਼ਰ ਰਹਿੰਦੇ ਨੇ। ਉਹ ਡਾਕਟਰ ਪੈਸੇ ਦਿੰਦੇ ਨੇ, ਆਪਦਾ ਕੰਮ ਕਰਦੇ ਨੇ, ਸ਼ਰੇਆਮ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ। ਉਹਦੇ ਉੱਤੇ ਕੋਈ ਉੱਚਾ ਬੱਚੀ ਨਹੀਂ ਵੀ ਭਾਈ ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਕੰਮ ਲਈਏ, ਐਮਰਜੈਂਸੀ ਡਿਊਟੀ ਕਰਿਆ ਕਰਨ। ਉਹ ਕਮਿਊਨਿਟੀ ਹੈਲਥ ਸੈਂਟਰ ਤੇ ਕਿਸੇ ਜ਼ਮਾਨੇ 'ਚ ਕਰਦੇ ਸੀਗੇ, ਜਦੋਂ ਉਹਨਾਂ ਨੂੰ ਸਾਰੀ ਤਨਖਾਹ ਦਿੰਦੇ ਹੋ ਪੂਰੀ, ਉਹ ਵੀ ਨਹੀਂ ਕਰ ਰਹੇ। ਸੋ ਉਹ ਤੁਸੀਂ ਪਿੰਡਾਂ 'ਚ ਨਾ ਤਾਂ OPD ਸੇਵਾਵਾਂ ਮਿਲ ਰਹੀਆਂ ਨੇ, ਕਿਉਂਕਿ 1100 ਡਿਸਪੈਂਸਰੀ ਜਾਂਦਾ ਹੀ ਨਹੀਂ ਡਾਕਟਰ, ਤਾਂ ਜਾਂ ਉਹ ਖਾਲੀ ਪਈ ਆ ਪੁੱਛ ਜਾਂਦਾ ਨਹੀਂ। ਫਿਰ ਸਪੈਸ਼ਲਿਸਟਾਂ ਸੇਵਾਵਾਂ ਰੂਰਲ ਏਰੀਏ 'ਚੋਂ ਕੱਲ੍ਹ ਹੀ BJP ਸਰਕਾਰ ਨੇ ਆਫੀਸ਼ੀਅਲੀ ਖਤਮ ਕਰਤੀਆਂ ਸਪੈਸ਼ਲਿਸਟਾਂ ਦੀਆਂ ਸੇਵਾਵਾਂ, ਵੀ ਸਾਨੂੰ ਸਪੈਸ਼ਲਿਸਟ ਮਿਲਦੇ ਨਹੀਂ, ਮਿਲਣੇ ਇਹਨਾਂ ਨੂੰ ਵੀ ਨਹੀਂ। ਹੁਣ ਮਿਲਦੇ ਕਿਉਂ ਨਹੀਂ? ਉਹਨੂੰ ਜੀ ਡਾਕਟਰ ਕੰਮ ਨਹੀਂ ਕਰਦੇ, ਫਲਾਣਾ ਨਹੀਂ ਕਰਕੇ ਤਨਖਾਹ ਉਹਨੂੰ MBBS ਵਾਲੀ ਦੇ ਰਹੇ ਨੇ। ਪੰਜਾਬ 'ਚ ਹੋਰ ਕੋਈ ਮਹਿਕਮਾ ਐਸਾ ਨਹੀਂ ਜਿਹਦੇ 'ਚ ਕੁਆਲੀਫਿਕੇਸ਼ਨ ਵੱਧ ਚਾਹੀਦੀ ਹੋਵੇ ਤੇ ਪੈਸੇ ਥੱਲੇ ਵਾਲੇ ਦੇਣੇ ਹੋਣ, ਕਿਤੇ ਵੀ। ਆ ਮਾਸਟਰਾਂ ਸੀਗਾ ਵੀ ਜਿਹੜਾ JBT ਮਾਸਟਰ B.Ed ਕਰ ਲੈਂਦਾ ਉਹਨੂੰ ਤਨਖਾਹ B.Ed ਦਿੰਦੇ ਸੀ, ਪੜ੍ਹਾਉਂਦਾ ਉਹ JBT ਵਾਲਾ ਸੀ। ਇੱਦਾਂ ਹੀ ਕਲਰਕਾਂ ਨੂੰ, ਜਿਹੜਾ ਕਲਰਕ BA MA ਕਰ ਲੈਂਦਾ ਉਹਨੂੰ ਇਨਕਰੀਮੈਂਟ ਦੇ ਦਿੰਦੇ ਨੇ। ਇੱਥੇ ਜਿਹੜੇ ਬੰਦੇ ਚਾਹੀਦਾ ਤੁਹਾਨੂੰ ਪੋਸਟ ਗ੍ਰੈਜੂਏਟ, ਉੱਥੇ ਉਹ ਬੰਦਾ ਚਾਹੀਦਾ ਨਹੀਂ ਉਸ ਕੁਆਲੀਫਿਕੇਸ਼ਨ ਨਾਲ। ਕਹਿੰਦੇ ਚੱਲ ਇਹਨੇ ਕੁਆਲੀਫਿਕੇਸ਼ਨ ਲੈ ਲਈ, ਇਹਨੂੰ ਵੱਧ ਪੈਸੇ ਦੇ ਦਿਓ। ਇੱਥੇ ਚਾਹੀਦੀ ਕੁਆਲੀਫਿਕੇਸ਼ਨ MD MS ਹੈ, ਉਹਦਾ 2 ਕਰੋੜ ਰੁਪਇਆ ਖਰਚ ਹੁੰਦਾ। 30 ਸਾਲ ਦੀ ਉਮਰ 'ਚ ਜਾ ਕੇ ਉਹ MD MS ਕਰਦਾ, ਬਾਰ-ਬਾਰ ਮੈਰਿਟ ਦਿੰਦਾ। ਉਹਨੂੰ ਕਹਿੰਦੇ ਤਨਖਾਹ ਤੈਨੂੰ MBBS ਵਾਲੀ ਦੇਵਾਂਗੇ। 535 ਪੋਸਟਾਂ ਤੇ ਇਹਨਾਂ ਨੇ ਜ਼ੋਰ ਲਾ ਲਿਆ ਭਰਤੀ ਕਰਨ ਦਾ। ਵਾਕ ਇਨ ਇੰਟਰਵਿਊ ਰੱਖਿਆ ਹੀ ਨਹੀਂ ਵੀ ਪਹਿਲੀਆਂ ਸਰਕਾਰਾਂ ਬੇਵਕੂਫ ਸੀਗੀਆਂ, ਉਹ ਨਹੀਂ ਆਏ। ਕਿਉਂ ਆਊਗਾ ਕੋਈ ਜਿਹਨੂੰ ਬਾਹਰ ਦਾ ਮਿਲਦਾ 2 ਲੱਖ ਰੁਪਈਆ ਹਰ ਪ੍ਰਾਈਵੇਟ ਹਸਪਤਾਲ ਦੇਣ ਨੂੰ ਤਿਆਰ ਹੈ, MD MS ਉਹਨਾਂ ਨੂੰ ਮਿਲਦੇ ਨਹੀਂ ਹੈਗੇ ਬੰਦੇ। ਤੇ ਇਹਨਾਂ ਦੇ ਕੋਲੇ 50,000 55-60,000 ਤੇ ਕੌਣ ਆਊਗਾ? ਨਾਲ ਇਹਨਾਂ ਦੀਆਂ ਵੋਏ ਵੇਚ ਝੁੱਡੇ, ਇਹਨਾਂ ਦੇ ਕਲਰਕਾਂ ਦੀਆਂ ਗੱਲਾਂ ਸੁਣੇ। ਕਿਉਂ ਸੁਣੇਗਾ ਉਹ? ਇਹਨਾਂ ਦੇ ਪੋਲੀਟੀਸ਼ੀਅਨਾਂ ਦੇ ਸੁਣੇ। ਇਹ ਪੋਲੀਟੀਸ਼ੀਅਨ ਧਮਕਾ ਵੀ ਮਾਰਦੇ ਨੇ, ਕਿਉਂ ਚੱਲੇਗਾ ਉਹ? ਉਹਨੇ ਐਡੀ ਕੁਆਲੀਫਿਕੇਸ਼ਨ ਆਪਦੇ ਪੈਸੇ ਨਾਲ ਲਈ ਹੈ, ਇਹਨਾਂ ਤੋਂ ਕੋਈ ਦਿੱਤਾ ਨਹੀਂ ਉਹਨੂੰ। ਸੋ ਇਸ ਕਰਕੇ ਜੇ ਤੁਸੀਂ ਇਹ ਕਰੋਗੇ, ਆ ਹੁਣੀ ਪਿੱਛੇ ਐਡਵਰਟਾਈਜ਼ ਕਰੀਆਂ ਸੀ ਪੋਸਟਾਂ ਜਦ ਚੰਨੀ ਸਰਕਾਰ ਨੇ ਜਾਂਦੇ ਜਾਂਦੇ, ਉਹਦੇ 'ਚ 535 ਸਪੈਸ਼ਲਿਸਟਾਂ ਦੀਆਂ ਜਿਹੜੀਆਂ ਕਰੀਆਂ, ਉਹਦੀ ਤਨਖਾਹ ਲਿਖੀ ਹੋਈ 53,100 ਰੁਪਈਆ। 1158 ਸਹਾਇਕ ਪ੍ਰੋਫੈਸਰ ਦੇ ਕਾਲਜਾਂ 'ਚ, ਜਿੱਥੇ ਸਿਰਫ 4 ਪੀਰੀਅਡ ਪੜ੍ਹਾਉਣੇ ਨੇ। ਜੇ ਸੱਚੀ ਮੁੱਚੀ ਪੜ੍ਹਾਦੇ ਹੋ 6 ਮਹੀਨੇ ਪੜ੍ਹਾਉਣੇ ਨੇ, ਉਹ ਵੀ 6 ਮਹੀਨੇ ਛੁੱਟੀਆਂ ਹੀ ਹੁੰਦੀਆਂ ਨੇ। ਤੇ ਉਹ 4 ਪੀਰੀਅਡ ਮੀਨਜ਼ 40 ਚੌਕਾ 160, 45 ਦੇ ਨਾਲ ਲਾ ਲਓ 3 ਘੰਟੇ ਦੀ ਡਿਊਟੀ ਹੈ। ਛੁੱਟੀਆਂ ਇੰਨੀਆਂ ਨੇ, ਦਿਨ ਦੀ ਡਿਊਟੀ ਹੈ। ਉਹਦਾ ਤਨਖਾਹ 56,100। MD ਕਰੇ ਹੋਏ ਜੀ, MS ਕਰੇ ਹੋਏ ਜੀ, ਤਨਖਾਹ 53,100। ਐਡਵਰਟਾਈਜ਼ਮੈਂਟ ਕਰੀ ਹੋਈ ਸਰਕਾਰ ਨੇ। ਇਹਨਾਂ ਨੇ ਦੇਖੀ, ਇਹਨਾਂ ਨੇ ਸੋਚਿਆ ਵੀ ਇੱਥੇ ਕਿਉਂ ਨਹੀਂ। ਉਹ ਜਿਹੜੀਆਂ 1158 ਪੋਸਟਾਂ ਤਾਂ 2.5 ਲੱਖ ਅਰਜੀ ਆ ਗਈ। ਇਹ 535 ਦੇ ਉੱਤੇ 50 ਜਾਂ 60 ਵੀ ਨਹੀਂ ਆਈਆਂ, ਤੇ ਜਿਹੜੀਆਂ ਆਈਆਂ ਉਹਨਾਂ ਨੇ ਜੁਆਇਨ ਨਹੀਂ ਕਰਿਆ। ਕਿਉਂ ਕਰਨਗੇ ਉਹ? ਸੋ ਜਦ ਤੁਸੀਂ ਦੇਖਣਾ ਹੀ ਨਹੀਂ, ਨਾ ਤਾਂ ਇਹਨਾਂ ਨੂੰ ਹੈਲਥ ਦਾ ਇਹ ਪਤਾ ਹੈ। ਹੁਣ ਨਵਾਂ ਪੈਸਾ, ਕਿਉਂਕਿ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਪੈਸਾ ਬਣਾਉਣਾ ਹੈ। ਪੈਸਾ ਬਣਾਉਣ ਦਾ ਤਰੀਕਾ ਇਹ ਹੈ ਵੀ ਅਸੀਂ ਆ ਸੁਪਰ ਸਪੈਸ਼ਲਿਟੀ 5 ਹਸਪਤਾਲ ਖੋਲ੍ਹਣੇ ਨੇ, ਬਿਲਡਿੰਗਾਂ ਬਣਾ ਦਿਓ। ਬਿਲਡਿੰਗਾਂ ਹੈਲਥ ਸਿਸਟਮ ਕਾਰਪੋਰੇਸ਼ਨ ਬਣਾਉਂਦੀ ਹੈ, ਉਹ 'ਚ ਥੋਕ ਰੇਟ ਦਾ ਪੈਸਾ ਹੈ। ਪਹਿਲਾਂ ਵੀ ਉਹਨੇ ਬਣਾ ਕੇ ਛੱਡੀਆਂ ਹੋਈਆਂ ਨੇ। ਨਸ਼ਾ ਛਡਾਓ ਕੇਂਦਰ ਬਣਾਏ ਹੋਏ ਨੇ, ਮੁੜ ਸੇਵਾ ਕੇਂਦਰ ਬਣਾਏ ਹੋਏ ਨੇ, 50-50 ਬੈੱਡ ਦੇ, ਉਹ ਵਿਹਲੇ ਪਏ ਨੇ, ਉੱਥੇ ਕੋਈ ਜਾਂਦਾ ਤਾਂ ਹੈ ਨਹੀਂ। ਚੰਗੇ ਬਣੇ ਹੋਏ ਹਸਪਤਾਲ ਢਾਹ ਕੇ ਬਣਾਤੇ। ਆ ਸੰਗਰੂਰ ਦਾ ਹਸਪਤਾਲ ਜਾ ਕੇ ਦੇਖ ਲਓ, ਖੁੱਡਾਂ ਬਣਾਤੀਆਂ ਉੱਥੇ, ਇੰਨਾ ਖੁੱਡਾ ਸਾਫ਼ ਹਸਪਤਾਲ ਸੀ, ਅੰਗਰੇਜ਼ ਦੇ ਵੇਲੇ ਦਾ ਬਣਿਆ ਹੋਇਆ। ਇੱਦਾਂ ਹੀ ਗੁਰਦਾਸਪੁਰ ਦਾ ਹਸਪਤਾਲ, ਉਹ ਮੈਂ ਜਾ ਕੇ ਦੇਖਿਆ। ਇੱਦਾਂ ਹੀ ਹੁਸ਼ਿਆਰਪੁਰ ਦਾ ਜਾ ਕੇ ਦੇਖਿਆ ਮੈਂ, ਵਿਜ਼ਿਟ ਕਰਕੇ ਆਪ ਦੇਖੇ ਨੇ। ਫਰੀਦਕੋਟ ਦਾ ਦੇਖੇ, ਚਲੋ ਫਰੀਦਕੋਟ ਤਾਂ ਮੈਡੀਕਲ ਕਾਲਜ ਕਰਕੇ ਚੱਲ ਜਾਂਦਾ ਕੰਮ। ਫਿਰੋਜ਼ਪੁਰ ਦਾ ਦੇਖਿਆ। ਤੁਸੀਂ ਜਿੱਥੇ ਮਰਜ਼ੀ ਜਾਓ, ਉੱਥੇ ਖੁੱਡਾਂ ਬਣਾਤੀਆਂ ਇਹਨਾਂ ਨੇ, ਉਹੀ ਵਿੱਚ ਇੱਕ ਝੋਰਨੇ ਜਿਹੇ ਬਣਾ ਕੇ, ਕਿਉਂਕਿ ਪੈਸੇ ਖਾਣੇ ਸੀ। ਸੋ ਇਸ ਕਰਕੇ ਇਕਵਿਪਮੈਂਟ ਇਹੋ ਜਿਹਾ ਖਰੀਦਤਾ ਜਿਹਦੀ ਕੰਮ ਹੀ ਨਹੀਂ, ਜਿਹਦਾ ਲੋੜ ਹੀ ਨਹੀਂ। ਘਟੀਆ ਖਰੀਦਤਾ, ਉਹ ਕੰਮ ਹੀ ਨਹੀਂ ਆਉਂਦਾ। ਦਵਾਈਆਂ ਘਟੀਆ ਖਰੀਦਤੀਆਂ। ਸੋ ਜੇ ਤੁਸੀਂ ਘਟੀਆ ਦਵਾਈਆਂ, ਘਟੀਆ ਇਕਵਿਪਮੈਂਟ, ਫਾਲਤੂ ਦੀਆਂ ਬਿਲਡਿੰਗਾਂ ਢਾਹ ਕੇ ਬਣਾਈਆਂ ਨੇ, ਉਹਦਾ ਤਾਂ ਤੁਸੀਂ ਦੇਖਿਆ ਜੋਖੀ ਨਹੀਂ ਕਰਿਆ ਵੀ ਭਾਈ ਇਹਦਾ ਫਾਇਦਾ ਕੀ ਹੈ। ਉਹ ਉਸੇ ਪੈਸੇ ਦੀਆਂ ਦਵਾਈਆਂ ਦੇ ਦਿਓ ਲੋਕਾਂ ਨੂੰ। ਉਹ ਗੱਲ ਤੇ ਤਾਂ ਗਏ ਹੀ ਨਹੀਂ।
ਨਾ ਜਨ ਔਸ਼ਧੀ ਸਟੋਰ ਬਾਰੇ ਕੋਈ ਗੱਲ ਕਰੀਏ ਬਜਟ 'ਚ ਵੀ ਅਸੀਂ ਇੰਨੇ ਜਨ ਔਸ਼ਧੀ ਸਟੋਰ ਹਰ ਹਸਪਤਾਲ 'ਚ ਖੋਲਾਂਗੇ ਤੇ ਉੱਥੇ ਦਵਾਈ ਉਪਲਬਧ ਹੋਊਗੀ ਸਸਤੇ ਰੇਟ ਤੇ। ਉਂਝ ਕਹੀ ਜਾਂਦੇ ਜਨਰਿਕ ਵੇਚੋ, ਇੱਕ ਨਾ ਹੀ ਨਹੀਂ ਲਿਖੀ ਉਹ ਤੇ। ਕਿਉਂ ਨਹੀਂ ਲਿਖੀ? ਕਿਉਂਕਿ ਜਿਹੜੇ ਬਿਊਰੋਕਰੇਟਾਂ ਨੇ ਬਜਟ ਬਣਵਾਇਆ, ਇਹਨਾਂ ਨੂੰ ਰਾਏ ਦਿੱਤੀ ਹੈ, ਉਹ ਬਿਊਰੋਕਰੇਟਾਂ ਦੇ ਖਾਸੋ ਖਾਸ ਨੇ ਤੇ ਉਹਨਾਂ ਨੂੰ ਤਾਂ ਫਿਰ ਪੈਸਾ ਉਹਦੇ 'ਚ ਜਨ ਔਸ਼ਧੀ 'ਚ ਤਾਂ ਬਣਨਾ ਨਹੀਂ ਹੈਗਾ। ਪੈਸਾ ਤੁਹਾਨੂੰ ਦੂਜੇ ਪਾਸੋਂ ਬਣਨਾ। ਉਹੀ ਫੂਡ ਕਮਿਸ਼ਨਰ ਨੇ, ਉਹੀ ਡਰੱਗ ਕਮਿਸ਼ਨਰ ਨੇ, ਥੋਕ ਰੇਟ ਤੇ ਉਹਦਾ ਪੈਸਾ ਬਣਦਾ। ਸੋ ਇਸ ਕਰਕੇ ਜਿਹੜੇ ਵੱਡੇ ਕਾਰਨ ਨੇ ਲੋਕਾਂ ਦੇ, ਇਹ ਨਹੀਂ ਕਰਿਆ। ਹੁਣ ਦੂਜਾ ਪਾਸਾ, ਫਿਰ ਲੋਕ ਆਪਦਾ ਇਲਾਜ ਕਰਾ ਲੈਣ, ਚਲੋ 4 ਪੈਸੇ ਖਰਚ ਕਰਕੇ। ਉਹ ਖਰਚ ਕਿੱਥੋਂ ਆਊਗਾ? ਉਹ ਖਰਚ ਆਊਗਾ ਜੇ ਉਹਨਾਂ ਨੂੰ ਕੋਈ ਆਪ ਨੂੰ ਕੋਈ ਪੈਸਾ ਮਿਲੂਗਾ। 32 ਲੱਖ ਮਨਰੇਗਾ ਦੇ ਕਾਰਡ ਬਣ ਸਕਦੇ ਨੇ। ਜਿਹੜੀ ਅੱਜ 29 ਜੂਨ ਦੀ ਜਿਹੜੀ ਰਿਪੋਰਟ ਪਾਈ ਹੋਈ ਹੈ ਭਾਰਤ ਸਰਕਾਰ ਨੇ ਅੱਜ ਦੀ ਪੰਜਾਬ ਬਾਰੇ, ਉਹਦੇ ਵਿੱਚ 21 ਲੱਖ ਕਾਰਡ ਬਣੇ ਹੋਏ ਨੇ। 11 ਲੱਖ ਤਾਂ ਕਾਰਡ ਅਜੇ ਬਣੇ ਨਹੀਂ। ਉਹ ਜਿਹੜੇ 21 ਲੱਖ ਨੇ ਉਹਨਾਂ ਚੋਂ 12 ਲੱਖ ਕਾਰਡ ਐਕਟਿਵ ਹੈ। ਕਹਿੰਦੇ 9 ਲੱਖ ਤਾਂ ਸੁੱਤਾ ਹੀ ਪਿਆ, ਯਾਨੀ ਕਿ ਐਵੇਂ ਕਾਗਜ਼ਾਂ 'ਚ ਹੀ ਬਣਾਇਆ ਹੋਇਆ। ਜਿਹੜਾ 12 ਲੱਖ ਐਕਟਿਵ ਹੈ ਉਹਦੇ 'ਚ 3 ਮਹੀਨੇ ਹੋ ਗਏ। 3 ਮਹੀਨੇ ਸਿਰਫ 11 ਪਰਿਵਾਰ ਐਸੇ ਨੇ, ਟੋਟਲ 11 ਪਰਿਵਾਰ, ਜਿਨ੍ਹਾਂ ਨੂੰ 100 ਦਿਨ ਦਾ ਰੁਜ਼ਗਾਰ ਦਿੱਤਾ ਜੀ। ਇਹ ਮਨਰੇਗਾ ਦੇ ਵਿੱਚ ਤੁਸੀਂ ਦੂਜੇ ਪਾਸੇ ਜੰਗਲਾਤ 'ਚ ਰੱਖਤਾ ਵੀ ਅਸੀਂ ਜੀ 1 ਕਰੋੜ ਰੁੱਖ ਲਗਵਾਉਣਾ ਹੈ, ਉਹਦੇ ਵਾਸਤੇ 260 ਕਰੋੜ ਰੁਪਈਆ ਵੀ ਰੱਖਿਆ। ਭਾਈ ਮਨਰੇਗਾ ਦੇ ਰਾਹੀਂ ਰੁੱਖ ਲਗਵਾਉਣ ਦਾ ਪ੍ਰੋਵੀਜ਼ਨ ਹੈ ਵੀ ਤੁਸੀਂ ਮਨਰੇਗਾ ਰਾਹੀਂ ਰੁੱਖ ਲਵਾ ਲਓ। ਉਹਨਾਂ ਨੂੰ ਨਾਲੇ ਪੈਸੇ ਬਣ ਗਏ, ਨਾਲੇ ਉਹੀ ਬਜਟ ਕੰਮ ਆ ਗਿਆ। ਫਿਰ ਤੁਸੀਂ ਸ਼ਹਿਰਾਂ ਦੇ ਵਿੱਚ ਮਨਰੇਗਾ ਰਾਹੀਂ ਇਹਨਾਂ ਨੇ ਰੂਰਲ ਵਿਕਾਸ ਦੇ ਵਾਸਤੇ, ਇਨਫਰਾਸਟ੍ਰਕਚਰ ਵਾਸਤੇ ਤਕਰੀਬਨ 23,000 ਕਰੋੜ ਰੁਪਈਆ ਰੱਖਿਆ। ਉਹ ਤਾਂ ਹੈ ਹੀ ਪੈਸਾ ਬਹੁਤ। ਸ਼ਹਿਰਾਂ ਔਰ ਪਿੰਡਾਂ ਦੇ ਵਿੱਚ, ਪਿੰਡਾਂ 'ਚ ਤਾਂ ਮਨਰੇਗਾ ਸਕੀਮ ਹੈਗੀ ਹੈ, ਸ਼ਹਿਰਾਂ ਦੇ ਵਿੱਚ ਵੀ ਤੁਸੀਂ ਮਨਰੇਗਾ ਵਰਗੀ ਇੱਕ ਸਕੀਮ ਲਾਗੂ ਕਰ ਦਿਓ। ਜਿਹੜੇ ਕੰਮ ਉਹ 23,000 ਕਰੋੜ 'ਚੋਂ ਮਨਰੇਗਾ ਰਾਹੀਂ ਹੋਣ ਵਾਲੇ ਨੇ, ਉਹ ਮਨਰੇਗਾ ਦੇ ਵਰਕਰਾਂ ਰਾਹੀਂ ਕਰਾ ਲਓ। ਕਿਤੇ ਮਿੱਟੀ ਪਾਉਣੀ ਹੈ, ਕਿਤੇ ਮਾੜੀ ਮੋਟੀ ਦੀਵਾਰ ਕੱਢਣੀ ਹੈ। ਇਸੇ ਤਰ੍ਹਾਂ ਹੀ 3,003 ਕਰੋੜ ਰੁਪਈਆ ਹੈਗਾ ਇਹਦੇ ਵਾਸਤੇ, ਖੇਤੀਬਾੜੀ ਵਾਸਤੇ। ਨਾ ਖੇਤੀਬਾੜੀ ਨਹੀਂ, ਕਿਸੇ ਹੋਰ ਮਹਿਕਮਾ ਕਿਹੜਾ, ਉਹ 3,003 ਕਰੋੜ ਨੂੰ ਵੀ ਤੁਸੀਂ ਇੱਦਾਂ ਹੀ ਵਰਤ ਸਕਦੇ ਹੋ ਇੰਨੇ ਕੰਮਾਂ ਵਾਸਤੇ। ਫਿਰ 1,003 ਕਰੋੜ ਮੈਡੀਕਲ ਐਜੂਕੇਸ਼ਨ ਵਾਸਤੇ ਰੱਖਿਆ। ਉਹਦਾ ਮੈਡੀਕਲ ਐਜੂਕੇਸ਼ਨ ਦੇ ਵਾਸਤੇ ਇੰਨੇ ਪੈਸੇ ਦੀ ਲੋੜ ਹੀ ਨਹੀਂ ਹੈ। ਉਹਦੇ ਵਿੱਚ ਕੋਈ ਨਵੀਂ ਭਰਤੀ ਦੀ ਲੋੜ ਨਹੀਂ ਹੈ। ਜਿੰਨੇ ਹੈਗੇ ਨੇ ਉਹਨਾਂ ਨੂੰ ਠੀਕ ਕਰਕੇ ਕੰਮ ਕਰਾਓ। ਉਹਨਾਂ ਨੂੰ ਪਹਿਲਾਂ ਕਹੋ ਬੰਦੇ ਬਣ ਕੇ ਕੰਮ ਕਰੋ, ਇਸ ਇਕਵਿਪਮੈਂਟ ਨੂੰ ਯੂਜ਼ ਕਰੋ। ਉਦੋਂ ਬਾਅਦ ਜੇ ਕੋਈ ਲੋੜ ਹੋਊਗੀ ਫੇਰ ਦਿਓ। ਨਵੇਂ ਕਾਹਦੇ ਵਾਸਤੇ ਤੁਸੀਂ ਦੇਈ ਜਾਂਦੇ ਨੇ? ਨਵੇਂ ਭਰਤੀ ਕਰ ਦਿਓ ਜੀ, ਨਵੇਂ ਉਹ ਬਾਹਰਲੇ ਆ ਜਾਣਗੇ, ਨਾਲ ਤਾਂ ਪੰਜਾਬੀਆਂ ਨੂੰ ਨੌਕਰੀ ਨਹੀਂ ਜਾਣੀ ਹੈ, ਨਾਲੇ ਉਹ ਪ੍ਰੈਕਟਿਸ ਕਰਨਗੇ। ਜੇ ਹੋਏ ਨੇ ਉਹ ਆਪਣੀ ਪ੍ਰੈਕਟਿਸ ਕਰਨ, ਕਿਉਂਕਿ ਉਹ ਝੂਠਾ ਸਰਟੀਫਿਕੇਟ ਲੈ ਕੇ ਆਉਂਦੇ ਨੇ, ਪਹਿਲਾਂ ਆਏ ਹੋਏ ਨੇ ਪੰਜਾਬ 'ਚ, ਤੇ ਉੱਦਾਂ ਹੀ ਇਹਨਾਂ ਨੇ ਭਰਤੀ ਕਰ ਦੇਣੀ ਹੈ। ਸੋ ਪੰਜਾਬ ਦਾ ਜਿਹੜਾ 2013 ਤੱਕ ਮੈਡੀਕਲ ਕਾਲਜ ਬੈਸਟ ਸੀਗਾ ਪਟਿਆਲਾ, ਉਹ ਜ਼ੀਰੋ ਹੋਣਾ ਸ਼ੁਰੂ ਹੋ ਗਿਆ। ਔਰ ਉਹਦੇ ਵਿੱਚ ਕਾਰਨ ਹੈ ਇਹ ਸਰਕਾਰ ਦੀਆਂ ਨੀਤੀਆਂ। ਪਹਿਲਾਂ ਉਹਨਾਂ ਨੇ ਝੂਠ ਬੋਲ ਕੇ, ਇੱਕ ਡਾਇਰੈਕਟਰ ਨੂੰ ਝੂਠ ਬੋਲ ਕੇ, ਜਿਹੜਾ ਸੈਕਟਰੀ ਆ ਹੁਣ ਵੀ ਉਹੀ ਆ, ਇਹਨਾਂ ਨੇ ਬੋਲ ਕੇ ਝੂਠ ਕੈਬਨਿਟ 'ਚੋਂ ਪਾਸ ਕਰਾਂਗਾ, ਇੰਨੀਆਂ ਪੋਸਟਾਂ ਭਰ ਦਿਓ। ਫਿਰ ਉਹਦੀ ਭਰਤੀ ਦੇ ਉੱਤੇ 2 ਨੰਬਰ ਦਾ ਕੰਮ ਚੱਲਦਾ ਰਿਹਾ। ਇਹੋ ਜਿਹੇ ਬੰਦੇ ਭਰਤੀ ਕਰਤੇ ਜਿਹੜੇ ਪ੍ਰੈਕਟਿਸ ਕਰਨਗੇ ਜੀ, ਉਹ ਤਾਂ ਕਦੇ ਪੜ੍ਹਾਇਆ ਤਾਂ ਉਹਨਾਂ ਨੇ ਹੈ ਹੀ ਨਹੀਂ। ਸੋ ਹੁਣ ਹਾਲ ਇਹ ਹੋ ਗਿਆ, ਪਟਿਆਲਾ ਮੈਡੀਕਲ ਕਾਲਜ ਵੀ ਜਾ ਕੇ ਕੋਈ ਇਨਵੈਸਟੀਗੇਸ਼ਨ ਅੱਜ ਕਰ ਲੇ ਬਿਨਾਂ ਦੱਸੇ, ਜਾ ਕੇ ਵੀ ਕਲਾਸਾਂ ਕੌਣ ਲੈਂਦਾ ਹੈ, ਆਪੇ ਪਤਾ ਲੱਗ ਜੂ ਵੀ ਪ੍ਰੋਫੈਸਰ ਉਸੇ ਕਲਾਸਾਂ ਲੈਂਦਾ ਕਿ ਨਹੀਂ ਲੈਂਦਾ। ਸੋ ਇਸ ਕਰਕੇ ਇੱਕ ਇਹ ਸਾਨੂੰ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਵੀ ਜਿਹੜਾ ਕੁਛ ਸਾਡੇ ਕੋਲ ਹੈਗਾ ਉਹਦੇ ਨਾਲ। ਹੁਣ ਮਨਰੇਗਾ ਦੇ ਵਿੱਚ ਆਉਣਾ ਮੈਂ, ਮਨਰੇਗਾ 'ਚ ਹੋਰ ਕੀ ਹੈ? ਮਨਰੇਗਾ ਦੇ ਰਾਹੀਂ ਤੁਸੀਂ ਇੰਨਾ ਪੈਸਾ ਆਉਣਾ ਹੈ ਜਿਹਦੇ ਵਿੱਚੋਂ 2,000 ਕਰੋੜ ਰੁਪਇਆ ਸਰਕਾਰ ਦਾ GST ਵੱਧ ਜਾਏਗਾ। ਭਰਿਆ ਨਾ ਖਜ਼ਾਨਾ ਸਰਕਾਰ ਦਾ, ਸਰਕਾਰ ਨੂੰ ਆਮਦਨ ਵਧੀ ਨਾ, ਲੋਕਾਂ ਨੂੰ ਪੈਸਾ ਆ ਗਿਆ। ਉਹ ਪੈਸਾ ਆ ਗਿਆ ਤਾਂ ਲੋਕ ਜਾ ਕੇ ਕਿਸੇ ਤੋਂ ਚਲ ਪ੍ਰਾਈਵੇਟ ਦਵਾਈ ਵੀ ਖਰੀਦ ਲੈਣਗੇ, ਪਰ ਕਿਉਂਕਿ ਦਿਹਾੜੀ ਮਿਲ ਗਈ ਨਾ ਉਹਨੂੰ 100 ਦਿਨ ਦੀ। ਉਹ ਵੀ ਨਹੀਂ ਹੈਗਾ, ਉਹ ਵੀ ਨਹੀਂ ਕਰਿਆ। ਸੋ ਤੁਸੀਂ ਕਿੱਥੋਂ ਉਮੀਦ ਕਰਦੇ ਹੋ? 20 ਲੱਖ ਨੌਜਵਾਨ ਬੇਰੁਜ਼ਗਾਰ ਹੈ, ਬਹੁਤਾ ਪਿੰਡਾਂ 'ਚ ਹੈ, ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਜੀ 25,600 ਕਿੰਨੀਆਂ ਪੋਸਟਾਂ ਭਰ ਕੇ ਨਵੀਆਂ ਕੱਢਤੀਆਂ, 26,000, ਤੇ ਉਹਦੇ ਵਿੱਚੋਂ 10,000 ਅਸੀਂ ਪੁਲਿਸ ਭਰਤੀ ਕਰਾਂਗੇ ਤੇ ਬਾਕੀ 36,000 ਨੂੰ ਅਸੀਂ ਰੈਗੂਲਰ ਕਰ ਦਾਂਗੇ। ਉਹਦੇ ਨਾਲ ਤੁਹਾਡਾ ਜਿਹੜਾ 20 ਲੱਖ ਉਹਦਾ ਮਸਲਾ ਕਿਵੇਂ ਹੱਲ ਹੋਊ? ਉਹ ਤਾਂ ਮਸਲਾ ਹੱਲ ਨਹੀਂ ਹੋਣਾ। ਖਾਸ ਕਰਕੇ ਉਹਨਾਂ ਤਾਂ ਉਹਨੇ ਕੁਆਲੀਫਾਈਡ ਵੀ ਨਹੀਂ, ਕਿਉਂਕਿ ਇਹ ਪੋਸਟਾਂ ਦੇ ਕੁਆਲੀਫਾਈਡ ਇਹ ਵੀ ਭਰਨੀਆਂ ਚਾਹੀਦੀਆਂ ਨੇ, ਇਹ ਵੀ ਕਰਨ ਦੀ ਲੋੜ ਹੈ। ਪਰ ਤੁਸੀਂ ਉਹ ਤਾਂ ਦੇਖੋ। ਫਿਰ ਸਿੱਖਿਆ 'ਚ ਕਹਿੰਦੇ ਅਸੀਂ 6600 ਮਾਸਟਰ ਹੋਰ ਭਰਤੀ ਕਰ ਦੇਣਾ। ਉਹਨੂੰ ਪੁੱਛੋ ਵੀ ਜਿਹੜੇ ਪਹਿਲਾਂ ਹੀ 19 ਬੱਚਿਆਂ ਪਿੱਛੇ ਤੱਕ ਟੀਚਰ ਪਹਿਲਾਂ ਹੀ ਆ, ਤੁਸੀਂ ਹੋਰ ਭਰਤੀ ਕਿਉਂਕਿ ਬਾਰਡਰ ਏਰੀਏ ਦੇ, ਬੇਟ ਏਰੀਏ ਦੇ, ਕੰਢੀ ਏਰੀਏ ਦੇ ਸਕੂਲ ਖਾਲੀ ਪਏ ਨੇ। ਇੱਥੇ ਮੋਹਾਲੀ ਦੇ, ਪਟਿਆਲੇ ਦੇ, ਬਠਿੰਡੇ ਦੇ, ਅੰਮ੍ਰਿਤਸਰ ਦੇ ਆਲੇ ਦੁਆਲੇ, ਚੰਡੀਗੜ੍ਹ ਦੇ ਆਲੇ ਦੁਆਲੇ, ਤੇ ਆਪਣਾ ਇਹ ਜਲੰਧਰ ਦੇ ਆਲੇ ਦੁਆਲੇ, ਲੁਧਿਆਣੇ ਦੇ ਆਲੇ ਦੁਆਲੇ, ਬਠਿੰਡੇ ਦੇ ਆਲੇ ਦੁਆਲੇ, ਉੱਥੇ ਟੀਚਰਾਂ ਦੀ ਭਰਮਾਰ ਹੈ। ਬੱਚਾ 1, ਟੀਚਰ 3, ਬੱਚੇ
22 ਤੇ ਟੀਚਰ 7, ਉੱਥੇ ਇਹੋ ਜਿਹਾ ਹਾਲ ਹੈ। ਇਹ ਕੀ ਕਰਿਆ? ਜਾਂਦੀ ਜਾਂਦੀ ਚੰਨੀ ਸਰਕਾਰ ਉਹ ਬਾਰਡਰ ਏਰੀਆ 'ਚ ਭਰਤੀ ਕਰੀ, ਉਹਨਾਂ ਨੂੰ ਵੀ ਵਾਪਸ ਲਿਆਈ, ਕੋਈ ਮੈਪਿੰਗ ਨਹੀਂ ਕਰੀ। ਸੋ ਨਾ ਤਾਂ ਸਿੱਖਿਆ ਸੁਧਰੀ, ਨਾ ਇਹ ਮਨਰੇਗਾ ਦੇ ਵਿੱਚ ਵੀ ਇਹਨਾਂ ਤੋਂ ਕੁਝ ਨਹੀਂ ਹੋਣਾ, ਕਿਉਂਕਿ ਮਨਰੇਗਾ ਦੇ ਉੱਤੇ ਜਿਹੜਾ ਕੁਝ ਕਰਨ ਦੀ ਲੋੜ ਹੈ, ਕਾਰਡ ਬਣਾਉਣੇ ਸੀ। ਹੁਣ 5 ਏਕੜ ਦੇ ਜਿਹਦੇ ਕੋਲ ਜ਼ਮੀਨ ਆ 5 ਏਕੜ ਜਾਂ 5 ਏਕੜ ਤੋਂ ਘੱਟ, ਤੇ ਚਾਹੇ ਉਹਦੀ ਆਪਦੀ ਹੈ ਚਾਹੇ ਉਹ ਠੇਕੇ ਤੇ ਲੈ ਕੇ ਕਰਦਾ, ਉਹਨਾਂ ਨੂੰ ਇਹ ਅਲਾਊਡ ਹੈ ਕਿ ਉਹ ਮਨਰੇਗਾ 'ਚ ਕੰਮ ਕਰ ਸਕਦੇ ਨੇ। ਇਹ ਕਾਰਡ ਅਸੀਂ ਉੱਥੇ ਗੁਰਦਾਸਪੁਰ ਜ਼ਿਲ੍ਹੇ 'ਚ ਰੌਲਾ ਪਾ ਕੇ ਬਣਵਾਏ, ਪਿਛਲੇ 6 ਮਹੀਨਿਆਂ ਤੋਂ ਬਣ ਰਹੇ ਨੇ ਉੱਥੇ ਮਨਰੇਗਾ ਦੇ ਕਾਰਡ। ਇਹਨਾਂ ਦੇ ਆਉਣ ਤੋਂ ਪਹਿਲਾਂ ਬਣਨੇ ਸ਼ੁਰੂ ਹੋ ਗਏ ਤੇ 5 ਏਕੜ ਦੇ ਕਿਸਾਨਾਂ ਦੇ, ਉੱਥੇ ਦਬਕੇ ਵੀ ਮਾਰੇ ਗਏ। ਉੱਥੇ ਕਹਿਣ ਜੀ ਮਿਨਿਸਟਰ ਕੋ ਸਰਪੰਚ ਕਹੇ ਸਾਨੂੰ ਪੁੱਛੇ ਬਿਨਾਂ ਤੁਸੀਂ ਮੀਟਿੰਗਾਂ ਕਿਵੇਂ ਕਰਦੀਆਂ? ਉਹ ਕਹਿੰਦੇ ਅਸੀਂ ਤੁਹਾਨੂੰ ਕਾਹਦਾ ਪੁੱਛਣਾ। ਮੇਰੇ ਕੋਲ ਵੀਡੀਓ ਭੇਜੇ ਨੇ ਉਹਨਾਂ ਨੇ। ਹੁਣ ਪਿੱਛੇ ਇੱਕ ਵੀਡੀਓ ਇਹ ਵੀ ਆਇਆ ਵੀ ਇਹਨਾਂ ਦਾ ਜਿਹੜਾ ਉੱਥੇ ਇੰਚਾਰਜ ਹੈ ਡੇਰਾ ਬਾਬਾ ਨਾਨਕ 'ਚ ਕੋਈ, ਤੇ ਉਹ ਵੀ ਕਹਿੰਦਾ ਵੀ ਮੈਨੂੰ ਬਿਨਾਂ ਪੁੱਛੇ ਕਿਵੇਂ ਕਰਦੇ ਹੋ ਤੁਸੀਂ? ਜੇ ਐਮਐਲਏ ਜਾਂ ਇਹਨਾਂ ਦੇ ਇੰਚਾਰਜਾਂ ਨੇ ਇਹ ਕਹਿਣਾ ਵੀ ਮਨਰੇਗਾ ਵੀ ਵਰਕਰ ਇਕੱਠੇ ਹੋਣ, ਜੇ ਸਾਨੂੰ ਪੁੱਛ ਕੇ ਹੋਣ, ਫਿਰ ਮਨਰੇਗਾ ਕਿੱਥੋਂ ਚੱਲਣੀ ਹੈ? ਫਿਰ ਤਾਂ ਚੱਲਣੀ ਨਹੀਂ। ਸੋ ਇਹ ਗੱਲਾਂ ਜਿਹੜੀਆਂ ਕਰਨੀਆਂ ਨੇ, ਬਾਕੀ ਤਾਂ ਠੀਕ ਹੈ, ਹਰੇਕ ਬੰਦੇ ਆਪਣੇ ਆਪ ਨੂੰ ਬਹੁਤ ਵਧੀਆ ਕਹੂਗਾ। ਸਵਾਲ ਇਹ ਹੈ ਕੀ ਤੁਸੀਂ ਚਲਾ ਸਕਦੇ ਹੋ, ਕੀ ਤੁਸੀਂ ਕਰ ਸਕਦੇ ਹੋ। ਤੁਸੀਂ ਉਂਝ ਹੀ ਕਹਿ ਦਿੰਦੇ ਆਹ ਜਿਹੜਾ ਬਜਟ ਹੈ ਉਹ ਹਰ ਸਾਲ ਹੀ ਹੁੰਦਾ ਵੀ ਇਹਨੂੰ ਇੰਨੇ ਦਿੱਤੇ ਜੀ, ਇਹਨੂੰ ਇੰਨੇ ਦਿੱਤੇ ਜੀ, ਇਹਨੂੰ ਇੰਨੇ ਦਿੱਤੇ ਜੀ। ਇਹ ਕਾਗਜ਼ੀ ਕਾਰਵਾਈ ਤਾਂ ਹਰ ਸਾਲ ਹੁੰਦੀ ਹੈ, ਇਹ ਕੋਈ ਪਹਿਲੇ ਸਾਲ ਨਹੀਂ ਹੋਈ। ਐਤਕੀ ਪਹਿਲੇ ਸਾਲ ਇਹਨਾਂ ਨੇ ਚੰਗੀ ਗੱਲ ਇਹ ਕਰੀ ਹੈ, ਕਾਗਜ਼ੀ ਕਾਰਵਾਈ 'ਚ 2-4 ਚੀਜ਼ਾਂ, ਜਿਵੇਂ 4 ਦੀਵਾਰੀਆਂ ਬਣਾਉਣ ਦੀ ਗੱਲ ਕਰੀ ਹੈ, ਜਿਵੇਂ ਇਹਨਾਂ ਨੇ ਕਿਹਾ ਲਾਇਬ੍ਰੇਰੀਆਂ ਬਣਾਵਾਂਗੇ, ਜਿਵੇਂ ਕਾਲਜਾਂ ਦੇ ਵਿੱਚ ਇਹਨਾਂ ਨੇ ਕਿਹਾ ਕਾਲਜਾਂ ਦੀਆਂ ਬਿਲਡਿੰਗਾਂ ਬਣਾਵਾਂਗੇ। ਇਹ ਪਹਿਲੀ ਵਾਰੀ ਹੋਇਆ ਕਿ ਸੱਚੀ ਮੁੱਚੀ ਕਿਤੇ ਨਾ ਕਿਤੇ ਜਿਹੜਾ ਸਿੱਖਿਆ ਦੇ ਵਿੱਚ ਕੁਝ ਬਹੁਤ ਹੀ ਥੱਲੇ ਚਲੇ ਗਿਆ ਸੀ, ਨਿਘਾਰ ਹੋ ਗਿਆ ਸੀ ਬਿਲਡਿੰਗਾਂ ਦਾ, ਲਾਇਬ੍ਰੇਰੀਆਂ ਦਾ। ਉਹ ਮੇਰਾ ਖਿਆਲ ਹੈ ਖਾਸ ਕਰਕੇ ਹਾਇਰ ਐਜੂਕੇਸ਼ਨ ਨਿਘਾਰ ਸੀ, ਉਹਨੂੰ ਹੱਦ ਕਰਨੀ। ਪੰਜਾਬੀ ਯੂਨੀਵਰਸਿਟੀ ਨੂੰ 200 ਕਰੋੜ ਰੁਪਏ ਕਹਿੰਦੇ ਦੇ ਦਾਂਗੇ, ਉਹਨੂੰ ਪੁੱਛੋ ਜਿਹੜਾ ਪੰਜਾਬੀ ਯੂਨੀਵਰਸਿਟੀ 'ਚ ਪੈਸਾ ਵੇਸਟ ਹੋ ਰਿਹਾ ਉਹਦੀ ਤਾਂ ਤੁਸੀਂ ਗੱਲ ਹੀ ਨਹੀਂ ਕਰੀ। ਜਿਹੜਾ ਪੈਸਾ ਜਿਹੜਾ ਪੈਨਸ਼ਨ ਵੀ ਲੈ ਰਿਹਾ, ਤਨਖਾਹ ਵੀ ਲੈ ਰਿਹਾ, ਉਹ ਇੱਦਾਂ ਹੀ ਲਈ ਜਾ ਰਿਹਾ, ਉਹਦੀ ਤਾਂ ਤੁਸੀਂ ਗੱਲ ਹੀ ਨਹੀਂ ਕਰੀ। ਜਿੱਥੇ ਫਾਲਤੂ ਪੋਸਟਾਂ ਨੇ ਉਹਦੀ ਤਾਂ ਤੁਸੀਂ ਗੱਲ ਹੀ ਨਹੀਂ ਕਰੀ। ਸੋ ਜਦ ਤੁਸੀਂ ਵੀ ਪੈਸੇ ਦੇ ਦਿਓ ਜੀ, ਪੈਸੇ ਦੇ ਦਿਓ ਜੀ। ਮੈਂ ਛੋਟੀ ਜਿਹੀ ਇੱਕ ਉਦਾਹਰਨ ਦੇ ਕੇ ਆਪਦੀ ਗੱਲ ਕਰਾਂਗਾ। ਮੈਂ ਭਾਰਤ ਸਰਕਾਰ ਦਾ ਸਲਾਹਕਾਰ ਸੀ, ਤੇ ਕਿਸੇ ਦੂਸਰੇ ਸਟੇਟ ਦੇ ਵਿੱਚ ਮੈਨੂੰ ਕਿਹਾ ਗਿਆ ਵੀ ਉਹ ਫਲਾਣਿਆਂ ਦਾ ਪ੍ਰੋਜੈਕਟ ਤੁਸੀਂ ਦੇਖੋ, ਉਹ ਦੇਖ ਕੇ ਤੁਸੀਂ ਰਿਕਮੈਂਡੇਸ਼ਨ ਦਿਓ ਕੀ ਕਰਨਾ। ਮੈਂ ਚਲਾ ਗਿਆ, ਡੀਸੀ ਨੂੰ ਚਿੱਠੀ ਗਈ ਹੋਈ ਸੀ, ਡੀਸੀ ਦੇ ਅੰਡਰ ਉਹ ਪ੍ਰੋਜੈਕਟ ਸੀਗਾ, ਡੀਸੀ ਬੈਠਾ ਸੀ ਵੇਟ ਕਰਦਾ ਸੀ ਮੇਰੀ। ਰਸਤੇ 'ਚ ਹਾਲਾਂਕਿ ਮੇਰਾ ਐਕਸੀਡੈਂਟ ਹੋ ਗਿਆ ਇੱਥੇ ਆਪਣਾ ਪਿਪਲੀ ਦੇ ਲਾਗੇ, ਤੇ ਮੇਰੀਆਂ ਪੱਸੀਆਂ ਟੁੱਟੀਆਂ, ਮੇਰੇ ਗਲ 'ਚੋਂ ਖੂਨ ਆਉਣ ਲੱਗ ਗਿਆ। ਪਰ ਮੈਂ ਦੂਜੀ ਬੱਸ ਲੈ ਕੇ ਉੱਥੇ ਪਹੁੰਚਿਆ, ਤੇ ਉਹ ਕਰਿਆ ਸਾਰਾ ਦਿਨ। ਸ਼ਾਮ ਨੂੰ ਆਉਂਦਾ ਹੋਏ ਫਿਰ ਮੈਂ ਆਖਿਆ ਵੀ ਬੱਸ ਜਾਣਾ ਔਖਾ, ਮੈਂ ਗੱਡੀ 'ਚ ਜਾਊਂਗਾ, ਟ੍ਰੇਨ 'ਚ। ਉਹ ਕਹਿੰਦੇ ਕਾਰ 'ਚ। ਮੈਂ ਕਹਿੰਦਾ ਮੈਂ ਨਹੀਂ, ਮੈਂ ਜਿਵੇਂ ਆਇਆ ਮੈਂ ਤਾਂ ਹੀ ਜਾਊਂਗਾ। ਆਉਣ ਸਾਲ ਮੈਂ PGI ਦਾਖਲ ਹੋਇਆ, ਤੇ ਮੈਂ 3 ਮਹੀਨੇ ਮੰਜੇ 'ਤੇ ਪਿਆ ਰਿਹਾ। ਪਰ ਮੈਂ ਆਪਦਾ ਕੰਮ ਕਰਕੇ ਆਇਆ, ਕੋਈ ਪੈਸਾ ਨਹੀਂ ਉਹਦਾ ਲੈਣਾ ਸੀ ਸਰਕਾਰ ਤੋਂ, ਫ੍ਰੀ ਕਰ ਰਿਹਾ ਸੀ ਮੈਂ। ਤਨਖਾਹ ਮੈਨੂੰ ਜਿਹੜੀ ਮਿਲਦੀ ਆ ਉਹੀ ਮਿਲਣੀ ਸੀ। ਇਹ ਨਹੀਂ ਕੋਈ TAD ਲੈਣਾ, ਹੋਰ ਕਰਨਾ, ਨਥਿੰਗ ਡੂਇੰਗ। ਕਿਰਾਇਆ ਵੱਧ ਤੋਂ ਵੱਧ ਕਦੇ ਕਿਰਾਇਆ ਲੈ ਲੈਣਾ। ਰੋਟੀ ਆਪਦੀ ਨਾਲ ਲੈ ਕੇ ਜਾਂਦਾ ਸੀ ਮੈਂ। ਉਹਨਾਂ ਨੇ ਆਖਿਆ, ਮੈਂ ਕਿਹਾ ਮੈਂ ਤਾਂ ਰੋਟੀ ਨਾਲ ਲੈ ਕੇ ਆਉਣਾ, ਪਰ ਹੁਣ ਤਾਂ ਮੇਰੇ ਤੋਂ ਖਾਧੀ ਨਹੀਂ ਜਾਣੀ, ਕਿਉਂਕਿ ਮੇਰੇ ਤਾਂ ਗਲੇ ਦੇ ਉੱਤੇ ਸੱਟ ਹੀ ਇੱਦਾਂ ਉਹ ਬੰਝ ਜਾ ਸੀ, ਕੋਈ ਉੱਤੇ ਗਲੇ 'ਤੇ ਲੱਗਿਆ, ਉਹਨੂੰ ਅਸੀਂ ਕਹਿੰਦੇ ਹਾਂ ਇੰਜਰੀ ਹੋ ਗਈ ਸੀ ਵੋਕਲ ਕਾਰਡ ਦੀ। ਚਲੋ, ਕਹਿਣ ਦਾ ਮੇਰਾ ਮਤਲਬ ਉੱਥੇ ਮੈਨੂੰ DC ਕਹੀ ਜਾਵੇ ਸਾਨੂੰ ਇਹ ਪੈਸੇ ਹੋਰ ਚਾਹੀਦੇ ਨੇ। 11 ਲੱਖ ਰੁਪਇਆ ਉਹਨਾਂ ਕੋਲ ਪਿਆ ਸੀ, 1 ਕਰੋੜ ਦਾ ਪ੍ਰੋਜੈਕਟ ਸੀ, 1.5 ਕਰੋੜ ਦਾ। ਮੈਂ ਤੁਸੀਂ ਪੈਸੇ ਕੀ ਕਰਨੇ ਨੇ? ਕਹਿੰਦੇ ਜੀ ਅਸੀਂ ਸਿਖਲਾਈ ਕਰਨੀ ਹੈ। ਮੈਂ ਤੁਸੀਂ ਪਹਿਲਾਂ ਸਿਖਲਾਈ ਨਹੀਂ ਕਰੀ? ਕਹਿੰਦੇ ਕਰੀ ਸੀ। ਮੈਂ ਫਿਰ ਉਹਦੇ 'ਚ ਕੀ ਨੁਕਸ ਹੈ, ਹੁਣ ਕਿਉਂ ਕਰਨੀ ਹੈ? ਨਹੀਂ ਸਾਨੂੰ ਹੋਰ ਸਿਖਲਾਈ ਦੀ ਲੋੜ ਹੈ। ਮੈਂ ਕਿਹਾ ਹੋਰ ਸਿਖਲਾਈ 'ਚ ਕੀ ਕਰੋਗੇ ਨਵਾਂ? ਪਹਿਲੇ ਨਾਲ ਸਿਲੇਬਸ ਬਦਲੋਗੇ, ਸਿਖਾਉਣ ਵਾਲੇ ਬਦਲੋਗੇ, ਸਿੱਖਣ ਵਾਲੇ ਬਦਲੋਗੇ, ਸਿਖਲਾਈ ਦੇ ਦਿਨ ਬਦਲੋਗੇ? ਦੱਸੋ ਤਾਂ ਸਹੀ ਨਾ ਵੀ ਤੁਸੀਂ ਸਿਖਲਾਈ ਕਰਾਵਾਂਗੇ ਜੀ। ਇਹ ਤਾਂ ਕੋਈ ਜਵਾਬ ਨਹੀਂ ਨਾ, ਤੁਸੀਂ ਕੋਈ ਸੋਚਿਆ ਹੋਊਗਾ। ਫਿਰ ਲੋਕਾਂ 'ਚ ਪ੍ਰਚਾਰ ਕਰਨਾ ਜੀ। ਮੈਂ ਪਹਿਲਾਂ ਪ੍ਰਚਾਰ ਨਹੀਂ ਕਰਿਆ? ਕਹਿੰਦੇ ਕਰਿਆ ਸੀ। ਮੈਂ ਫਿਰ ਉਹ ਕਹਿੰਦੇ ਥੋੜ੍ਹਾ ਰਹਿ ਗਿਆ, ਹੁਣ ਹੋਰ ਕਰਨਾ। ਮੈਂ ਹੁਣ ਹੋਰ ਕੀ ਕਰੋਗੇ? ਕੀ ਨਾਟਕ ਬਦਲੋਗੇ? ਕੋਈ ਹੋਰ ਟੀਮਾਂ ਜ਼ਿਆਦਾ ਬਣਾਓਗੇ, ਜ਼ਿਆਦਾ ਜਗ੍ਹਾ 'ਤੇ ਨਾਟਕ ਕਰੋਗੇ, ਜ਼ਿਆਦਾ ਜਗ੍ਹਾ 'ਤੇ ਜਾ ਕੇ ਗੀਤ ਲਿਖੋਗੇ, ਗਾਓਗੇ, ਜ਼ਿਆਦਾ ਜਗ੍ਹਾ 'ਤੇ ਨਾਅਰੇ ਲਿਖੋਗੇ, ਜ਼ਿਆਦਾ ਜਗ੍ਹਾ 'ਤੇ ਬੈਨਰ ਲਾਓਗੇ, ਜ਼ਿਆਦਾ ਕਾਨਫਰੰਸਾਂ ਕਰੋਗੇ। ਤੁਸੀਂ ਦੱਸੋ ਤਾਂ ਅਸੀਂ ਕਰੋਗੇ ਕੀ? ਪੈਸੇ ਦੇ ਦਿਓ ਜੀ। ਮੈਂ ਲਿਖ ਕੇ ਤੁਰਿਆ ਆ ਵੀ ਇਹਨਾਂ ਕੋਲ 11 ਲੱਖ ਰੁਪਇਆ ਹੈਗਾ, ਉੱਥੇ ਨਾਲੇ ਸਾਹਮਣੇ ਲਿਖ ਕੇ ਦਿੰਦਾ ਮੈਂ। ਉਹਨਾਂ ਦੀ ਚਿੱਠੀ ਉਹਨਾਂ ਨੂੰ ਫੜਾਦੀ, ਕਿਹਾ ਭਾਰਤ ਸਰਕਾਰ ਦੀ ਵੀ ਉੱਥੇ ਤੁਸੀਂ ਭੇਜ ਦਿਓ ਵੀ 11 ਲੱਖ ਇਹਨਾਂ ਕੋਲ ਹੈਗਾ, ਪਹਿਲਾਂ ਇਹਨੂੰ ਵਰਤ ਲੈਣ, ਇਹਦੇ ਨਾਲ ਕੰਮ ਚਲਾ ਲੈਣ। ਜੇ ਇਹਨਾਂ ਦਾ ਕੰਮ ਠੀਕ ਹੋਇਆ ਇਹਦੇ ਨਾਲ 11 ਲੱਖ 'ਚ ਇਹਨਾਂ ਨੇ ਜੋ ਕੁਝ ਕਰ ਲਿਆ, ਉਦੋਂ ਬਾਅਦ ਜਿਹੜੇ ਪੈਸੇ ਦੀ ਲੋੜ ਹੋਈ ਆਪਾਂ ਦੁਬਾਰਾ 4 ਮਹੀਨਿਆਂ ਬਾਅਦ ਇਹਦਾ ਨਜ਼ਰਸਾਨੀ ਕਰਕੇ ਉਦੋਂ ਪੈਸੇ ਦੇ ਦਾਂਗੇ ਜਿੰਨੇ ਲੋੜ ਹੋਈ। ਇਹ ਕੋਈ ਮੈਂ ਐਂ ਨਹੀਂ ਕਹਿੰਦਾ ਵੀ ਮੈਂ ਇਹਨਾਂ ਨੂੰ ਹੀ ਕਹਿ ਰਿਹਾ,
ਮੇਰਾ ਮਤਲਬ ਹੈ ਜਿਹੜੇ ਕੋਲ ਸਮਾਨ ਹੈ ਪਹਿਲਾਂ ਉਹਨੂੰ ਤਾਂ ਵਰਤ ਲਓ ਨਾ। ਐ ਤਾਂ ਹਰੇਕ ਹੀ ਕਹੋ ਅੱਜ ਜੀ ਮੈਨੂੰ ਆਹ ਚਾਹੀਦਾ, ਕੱਲ ਨੂੰ ਮੈਨੂੰ ਆਹ ਚਾਹੀਦਾ, ਪਰਸੋਂ ਨੂੰ ਮੈਨੂੰ ਆਹ ਚਾਹੀਦਾ, ਉਹ ਤਾਂ ਹਰੇਕ ਹੀ ਮੰਗੀ ਜਾਊਗਾ ਕਿਉਂਕਿ ਉਹਦੇ 'ਚ ਤਾਂ ਪੈਸੇ ਬਣਨੇ ਨੇ, ਜ਼ਿੰਮੇਵਾਰੀ ਰਹਿਣੀ ਨਹੀਂ। ਤੁਸੀਂ ਜਿਹੜਾ ਕੁਝ ਹੈਗਾ ਉਹਦੀ ਵਰਤੋਂ ਦੱਸੋ ਠੀਕ ਕਰਦੇ ਹੋ ਕਿ ਨਹੀਂ। ਇਹ ਜਿਹੜਾ ਕੰਮ ਹੈ ਸਰਕਾਰ ਨੇ ਇਸ ਬਜਟ ਕਿਤੇ ਇੱਕ ਲਾਈਨ ਵੀ ਮੈਨੂੰ ਨਹੀਂ ਲੱਭੀ ਜਿਹੜੀ ਇਹ ਕਹਿੰਦੀ ਹੋਵੇ ਕਿ ਅਸੀਂ ਨਜ਼ਰਸਾਨੀ ਇਹ ਕਰਾਂਗੇ ਕਿ ਜਿਹੜਾ ਸਾਡੇ ਕੋਲ ਮਨੁੱਖੀ ਸਰੋਤ ਹੈਗੇ ਨੇ, ਅਮਲਾ ਹੈਗਾ, ਜਿਹੜਾ ਸਾਡੇ ਕੋਲ ਸਾਜੋ ਸਮਾਨ ਹੈਗਾ, ਜਿਹੜਾ ਸਾਡੇ ਕੋਲ ਆਧਾਰਭੂਤ ਢਾਂਚਾ ਹੈਗਾ, ਉਹ ਜੀ ਵਰਤੋਂ ਕਿੰਨੀ ਕੁ ਹੋ ਰਹੀ ਹੈ। ਤੇ ਫਿਰ ਜਿੱਥੇ ਜਿੱਥੇ ਕੋਈ ਘਾਟ ਕਮਜ਼ੋਰੀ ਹੋਊ ਉਹ ਵਰਤੋਂ ਨੂੰ ਇੰਨੇ ਚਿਰ 'ਚ ਅਸੈਸ ਕਰਕੇ ਫਿਰ ਘਾਟ ਕਮਜ਼ੋਰੀ ਦੂਰ ਕਰਾਂਗੇ। ਤੇ ਉਹ ਸਾਰੇ ਮਹਿਕਮਿਆਂ ਵਾਸਤੇ ਅਸੀਂ ਇੰਨਾ ਕੁ ਪੈਸਾ ਇਕੱਠਾ ਰੱਖਦਾ ਵੀ ਘਾਟਾਂ ਕਮਜ਼ੋਰੀਆਂ ਦੂਰ ਕਰਨ ਵਾਸਤੇ ਹੋਊਗਾ, ਰੱਖਿਆ ਜਾ ਸਕਦਾ ਸੀ। ਕੋਈ ਔਖਾ ਕੰਮ ਨਹੀਂ, ਕਿਉਂਕਿ ਇਹ ਤਾਂ ਰੱਖਣਗੇ ਨਾ ਜੇ ਦਿਮਾਗ 'ਚ ਆਊਗਾ। ਇਹ ਅਸੀਂ ਪੜ੍ਹਾਉਂਦੇ ਹੋਏ ਡਾਕਟਰੀ 'ਚ ਕਹਿੰਦੇ ਆ ਕਿ ਅੱਖਾਂ ਉਹ ਚੀਜ਼ ਨਹੀਂ ਦੇਖ ਸਕਦੀਆਂ ਜਿਹੜੀ ਦਿਮਾਗ 'ਚ ਨਹੀਂ ਹੈ। ਅੱਖਾਂ ਤਾਂ ਸਿਰਫ ਜੋ ਦਿਮਾਗ 'ਚ ਉਸ ਨੂੰ ਦੇਖ ਸਕਦੀਆਂ ਨੇ। ਅਰੇ ਸੱਚ ਵੀ ਹੈ, ਤੁਹਾਨੂੰ ਇਹ ਵੀ ਦੱਸ ਦਿੰਦਾ, ਜੇ ਅਸੀਂ ਕੋਈ ਇਹੋ ਜਿਹਾ ਇੰਸਟਰੂਮੈਂਟ ਤੁਹਾਡੇ ਸਾਹਮਣੇ ਰੱਖ ਦਈਏ ਜਿਹੜਾ ਤੁਸੀਂ ਕਦੇ ਦੇਖਿਆ ਹੀ ਨਹੀਂ, ਤੁਸੀਂ ਉਹਦਾ ਨਾਮ ਦੇਖ ਕੇ ਤੁਸੀਂ ਨਾਮ ਬੋਲ ਸਕਦੇ ਹੋ ਉਹਦਾ? ਨਹੀਂ ਬੋਲ ਸਕਦੇ। ਅੱਖਾਂ ਉਹਦੀ ਸ਼ਕਲ ਬਣਾ ਦੇਣਗੀਆਂ ਪਰ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੈ। ਪਰ ਜੇ ਅਸੀਂ ਤੁਹਾਡੇ ਸਾਹਮਣੇ ਆ ਤੁਹਾਡਾ ਮਾਈਕ ਕਰ ਦਈਏ, ਤੁਸੀਂ ਫਟ ਕਹਿ ਦੋਗੇ ਇਹ ਤਾਂ ਮਾਈਕ ਹੈ ਬਿਨਾਂ ਬੋਲੀ, ਕਿਉਂਕਿ ਅੱਖਾਂ ਨੇ ਪੜ੍ਹ ਲਿਆ ਵੀ ਇਹ ਮਾਈਕ ਹੈ, ਕਿਉਂਕਿ ਉਹ ਦਿਮਾਗ 'ਚ ਪਹਿਲਾਂ ਮਾਈਕ ਬੈਠਿਆ ਹੋਇਆ। ਜਿਹੜੇ ਦਿਮਾਗ ਨੇ ਪਹਿਲਾਂ ਕਦੇ ਦੇਖਿਆ ਹੀ ਨਹੀਂ, ਜਿਹੜੀ ਚੀਜ਼ ਤੁਹਾਡੇ ਸਾਹਮਣੇ ਕਰ ਦਾਂਗੇ ਉਹਦਾ ਤੁਹਾਨੂੰ ਨਹੀਂ ਪਤਾ ਲੱਗਣਾ। ਇਸ ਕਰਕੇ ਇਹਨਾਂ ਨੇ ਦਿਮਾਗ 'ਚ ਤਾਂ ਦੇਖਿਆ ਹੀ ਨਹੀਂ ਵੀ ਭਾਈ ਜਿੰਨਾ ਇੰਨਾ ਅਮਲਾ ਲੱਗਿਆ ਹੋਇਆ ਹੈ, ਇੰਨਾ ਸਾਜੋ ਸਮਾਨ ਹੈ, ਇੰਨੀਆਂ ਬਿਲਡਿੰਗਾਂ ਨੇ, ਉਹਦੇ ਨਾਲ ਕੀ ਹੋ ਰਿਹਾ। ਹਾਂ, ਜਿੱਥੇ ਕੋਈ ਘਾਟ ਹੋਵੇ, ਜਿੱਥੇ ਹੋਰ ਲੋੜ ਹੋਵੇ ਜ਼ਰੂਰ ਦਿਓ, ਪਰ ਪਹਿਲਾਂ ਐਂ ਤਾਂ ਦੇਖ ਲਓ ਵੀ ਹੈ ਕੀ। ਸੋ ਮੈਨੂੰ ਐਂ ਲੱਗਦਾ ਹੈ ਇਹਨਾਂ ਦਾ ਜਿਹੜਾ ਹਾਲ ਹੈ ਨਾ ਉਹ ਹੈ ਵੀ ਮਤਲਬ ਕੁੜੀ ਕੁੱਛੜ ਤੇ ਢੰਡੋਰਾ ਸ਼ਹਿਰ, ਇਹ ਢੰਡੋਰਾ ਸ਼ਹਿਰ ਦੇਣ ਦੀ ਗੱਲ ਹੈ। ਬਜਟ ਬਾਕੀਆਂ ਨਾਲੋਂ ਚੰਗਾ ਹੈ, ਪਿਛਲੇ ਸਾਲਾਂ ਨਾਲੋਂ ਚੰਗਾ ਹੈ, ਕੋਸ਼ਿਸ਼ ਚੰਗੀ ਹੈ, ਸੁਹਿਰਦਤਾ ਹੈਗੀ ਹੈ, ਪਰ ਤਰੀਕਾ ਨਹੀਂ ਆਉਂਦਾ। ਔਰ ਸਿੱਖਿਆ ਤੇ ਸਿਹਤ ਨਾ ਅੱਜ ਤੱਕ ਉਹਦੇ 'ਚ ਕੁਝ ਹੋਇਆ ਤੇ ਨਾ ਇਸ ਬਜਟ ਦੇ ਅਨੁਸਾਰ ਚੱਲ ਕੇ ਕੁਝ ਹੋਣਾ, ਬਲਕਿ ਜਿਹੜਾ ਕੁਝ ਹੈਗਾ ਉਹ ਵੀ ਖਰਾਬ ਹੋਏਗਾ। ਪੈਸੇ ਵੀ ਖਰਚ ਹੋਣਗੇ, ਦੁविधा में दोनों गए, ना माया मिली ना राम। ਇਹ ਹਾਲ ਜੀ ਬਿਲकुल। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਲਈ, ਧੰਨਵਾਦ ਜੀ। ਦੋਸਤੋ ਸਾਡੇ ਨਾਲ ਵਿਦਵਾਨ ਡਾਕਟਰ ਸਾਹਿਬ ਜੀ ਆਪਣੇ ਚੈਨਲ ਤੋਂ ਚੈਨਲ ਪੰਜਾਬੀ